ਜਿਹੜੀ ਵਿਜੀਲੈਂਸ ਹੈ ਕਾਫੀ ਐਕਟਿਵ ਨਜ਼ਰ ਆ ਰਹੀ ਹੈ ਤੇ ਜਿਹੜੇ ਸਾਬਕਾ ਆਈਐਸ ਅਧਿਕਾਰੀ ਨੇ KBS ਸਿੱਧੂ ਉਹਨਾਂ ਨੂੰ ਅੱਜ ਪੇਸ਼ ਹੋਣ ਲਈ ਕਿਹਾ ਗਿਆ ਸੀ ਪਰ ਉਹ ਪੇਸ਼ ਨਹੀਂ ਹੋਏ। ਇਹਨਾਂ ਨੂੰ ਅੱਜ ਪੇਸ਼ ਹੋਣ ਲਈ ਕਿਹਾ ਗਿਆ ਸੀ ਪਰ ਇਹ ਅੱਜ ਪੇਸ਼ ਨਹੀਂ ਹੋਏ। ਇੱਕ ਤੇ ਇਹਨਾਂ ਨੇ ਇਹ ਗੱਲ ਜਿਹੜੀ ਇਹ ਆਖੀ ਹੈ ਕਿ ਮੈਨੂੰ ਨੋਟਿਸ ਜਿਹੜਾ ਹੈ ਉਹ ਬਹੁਤ ਲੇਟ ਮਿਲਿਆ ਜੀ, ਤੇ ਨਾਲ ਹੀ ਇਹਨਾਂ ਨੇ ਵੀ ਕਿਹਾ ਵੀ ਇਹ ਇਨਕੁਆਇਰੀ ਸੰਬੰਧੀ ਹਾਈ ਕੋਰਟ ਦੇ ਵਿੱਚ ਸੁਣਵਾਈ ਚੱਲ ਰਹੀ ਹੈ, ਉਹਦਾ ਹਵਾਲਾ ਇਹਨਾਂ ਨੇ ਦਿੱਤਾ ਹੈ ਤੇ ਇਸ ਕਰਕੇ ਇਹਨਾਂ ਨੇ ਵਿਜੀਲੈਂਸ ਤੇ ਵੀ ਸਵਾਲ ਚੁੱਕੇ ਨੇ। ਜਿਹੜੀ ਹੈ ਲੀਡਰਸ਼ਿਪ ਇਹ ਦੇਖ ਰਹੀ ਹੈ ਵੀ ਜਿਸ ਕਰਕੇ ਲੋਕਾਂ ਨੇ ਸਾਨੂੰ ਵੋਟਾਂ ਪਾਈਆਂ, ਕੀ ਸਾਡੇ ਜਿਹੜੇ ਲੀਡਰ ਹੈ, ਸਾਡੇ MLA ਹੈ, ਸਾਡੇ ਮੰਤਰੀ ਹੈ, ਉਹਨਾਂ ਚੀਜ਼ਾਂ ਤੇ ਖਰੇ ਉਤਰ ਰਹੇ ਹੈ। ਕੈਨੇਡਾ ਦੇ ਵਿੱਚ ਬੜੀ ਮੰਦਭਾਗੀ ਘਟਨਾ ਹੈ ਕਿ ਪਿਛਲੇ 15 ਦਿਨਾਂ ਦੇ ਵਿੱਚ 4 ਪੰਜਾਬੀਆਂ ਦੀ ਹੱਤਿਆ ਕਰ ਦਿੱਤੀ ਗਈ। ਦੇਖੋ ਜਿਹੜੀ ਕਿ ਬਹੁਤ ਹੀ ਮੰਦਭਾਗੀ ਗੱਲ ਹੈ। ਵਿਜੀਲੈਂਸ ਨੂੰ ਇਹ ਜਿਹੜੀ ਹੈ ਸੂਚਨਾ ਸੀਗੀ ਕਿ ਸੰਗਤ ਸਿੰਘ ਗਿਲਜੀਆਂ ਵੀ ਵਿਦੇਸ਼ ਜਾ ਰਹੇ ਨੇ ਤੇ ਉਹਨਾਂ ਨੇ ਆਪਣੀ ਟਿਕਟਾਂ ਵੀ ਬੁੱਕ ਕਰਾ ਲਈਆਂ। ਹੁਣ ਜੇ ਵਿਦੇਸ਼ ਚਲੇ ਗਏ ਤੇ ਫਿਰ ਉੱਥੋਂ ਵਾਪਸ ਨਹੀਂ ਆਉਂਦੇ ਜੀ। ਇਸ ਕਰਕੇ ਵਿਜੀਲੈਂਸ ਨੂੰ ਇਹ ਖਦਸ਼ਾ ਹੈ, ਇਹ ਅੰਦੇਸ਼ਾ ਹੈ ਕਿ ਇਹ ਵਿਦੇਸ਼ ਜਾਣਗੇ। D4U ਨਿਊਜ਼ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਇੰਦਰਜੀਤ। ਅੱਜ ਅਸੀਂ ਗੱਲਬਾਤ ਕਰਾਂਗੇ ਪੰਜਾਬ ਦੀਆਂ ਕੁਝ ਵੱਡੀਆਂ ਖਬਰਾਂ ਬਾਰੇ। ਸਾਡੇ ਨਾਲ ਨੇ ਸੀਨੀਅਰ ਪੱਤਰਕਾਰ ਦੀਪਕ ਭੰਡਾਰੀ ਜੀ। ਭੰਡਾਰੀ ਸਾਹਿਬ ਨਮਸਕਾਰ। ਨਮਸਕਾਰ ਜੀ। ਪੰਜਾਬ 'ਚ ਭੰਡਾਰੀ ਸਾਹਿਬ ਜਿਹੜੀ ਵਿਜੀਲੈਂਸ ਹੈ ਕਾਫੀ ਐਕਟਿਵ ਨਜ਼ਰ ਆ ਰਹੀ ਹੈ ਤੇ ਜਿਹੜੇ ਸਾਬਕਾ IAS ਅਧਿਕਾਰੀ ਨੇ ਉਹਨਾਂ KBS ਸਿੱਧੂ ਉਹਨਾਂ ਨੂੰ ਅੱਜ ਪੇਸ਼ ਹੋਣ ਲਈ ਕਿਹਾ ਗਿਆ ਸੀ ਪਰ ਉਹ ਪੇਸ਼ ਨਹੀਂ ਹੋਏ। ਦੇਖੋ ਵਿਜੀਲੈਂਸ ਜਦੋਂ ਦੀ ਸਰਕਾਰ ਨਵੀਂ ਬਣੀ ਹੈ ਖਾਸੀ ਐਕਟਿਵ ਹੈ ਤੇ ਬਹੁਤ ਸਾਰੇ ਕੇਸਾਂ ਦੇ ਵਿੱਚ ਇਹਨਾਂ ਨੇ ਕਈ ਸਾਬਕਾ ਮੰਤਰੀਆਂ ਨੂੰ ਗ੍ਰਿਫਤਾਰ ਵੀ ਕੀਤਾ ਪਰ ਜਿਹੜੇ ਮਾਮਲੇ ਦੇ ਵਿੱਚ KBS ਸਿੱਧੂ ਉਹਨਾਂ ਨੂੰ ਬੁਲਾਇਆ ਗਿਆ ਸੀਗਾ, ਇਹ ਬਹੁਤ ਸੀਨੀਅਰ ਅਧਿਕਾਰੀ ਨੇ, IAS ਅਫਸਰ ਰਹਿ ਚੁੱਕੇ ਨੇ। ਇਹ ਮਾਮਲਾ ਹੈਗਾ ਸਾਹਮਣੇ ਜਦੋਂ ਆਇਆ ਸੀਗਾ ਇਹ 2016 'ਚ ਸਾਹਮਣੇ ਆਇਆ ਸੀ। ਇਹ ਹੈ ਇਰੀਗੇਸ਼ਨ ਘੁਟਾਲਾ, ਸਿੰਚਾਈ ਘੁਟਾਲਾ ਹੁੰਦਾ 1200 ਕਰੋੜ ਰੁਪਏ ਦਾ ਜੀ। ਇਹ ਉਦੋਂ ਸਾਹਮਣੇ ਆਇਆ ਸੀਗਾ ਜਦੋਂ ਇੱਕ ਗੁਰਿੰਦਰ ਪਾਪਾ ਜਿਹੜੇ ਕਿ ਠੇਕੇਦਾਰ ਨੇ ਉਹਨਾਂ ਦੀ ਇੱਕ ਚਿੱਠੀ ਲੀਕ ਹੋ ਜਾਂਦੀ ਹੈ ਤੇ 2016 'ਚ ਸਾਹਮਣੇ ਆਉਂਦਾ ਤੇ 2017 'ਚ ਕਾਫੀ ਗਰਮ ਰਿਹਾ ਮਾਮਲਾ ਜਦੋਂ ਕਿ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਸਨ ਜੀ। ਇਹਦੇ ਵਿੱਚ 2 ਸਾਬਕਾ ਮੰਤਰੀ ਜਿਹੜੇ ਅਕਾਲੀ ਦਲ ਦੇ ਸੀਨੀਅਰ ਲੀਡਰ ਨੇ, ਇੱਕ ਸ਼ਰਨਜੀਤ ਸਿੰਘ ਢਿੱਲੋਂ, ਜਨਮੇਜਾ ਸਿੰਘ ਸੇਖੋਂ ਤੇ ਨਾਲ ਦੇ ਨਾਲ 3 IAS ਅਧਿਕਾਰੀਆਂ ਦਾ ਨਾਂ ਸਾਹਮਣੇ ਆਇਆ ਸੀ ਜਿਹਦੇ 'ਚ ਕਾਨ ਸਿੰਘ ਪੰਨੂ ਜਿਹੜੇ ਕਿ ਅੰਮ੍ਰਿਤਸਰ ਦੇ DC ਵੀ ਰਹਿ ਚੁੱਕੇ ਨੇ, ਉਹਨਾਂ ਕੋਲੋਂ ਪੁੱਛਗਿੱਛ ਹੋ ਚੁੱਕੀ ਹੈ। 2 ਅਧਿਕਾਰੀ ਜਿਨ੍ਹਾਂ ਦੇ ਵਿੱਚ ਇੱਕ ਸਰਵੇਸ਼ ਕੌਸ਼ਲ ਜਿਹੜੇ ਚੀਫ ਸੈਕਟਰੀ ਰਹਿ ਚੁੱਕੇ ਨੇ ਸਰਕਾਰ ਦੇ ਵਿੱਚ, ਪੰਜਾਬ ਸਰਕਾਰ ਦੇ ਵਿੱਚ, ਤੇ KBS ਸਿੱਧੂ ਇਹ ਵੀ ਬੜੀ ਸੀਨੀਅਰ IAS ਅਧਿਕਾਰੀ ਰਹਿ ਚੁੱਕੇ ਨੇ ਤੇ ਇਹਨਾਂ ਦਾ ਨਾਮ ਹੀ ਸਾਹਮਣੇ ਸੀ। ਹਾਲਾਂਕਿ ਇਹਨਾਂ ਨੇ ਕੋਰਟ ਕੋਲੋਂ ਕੋਰਟ 'ਚ ਇੱਕ ਅਰਜੀ ਪਾਈ ਸੀਗੀ ਕਿ ਜਿਹੜਾ ਇਹ ਮਾਮਲਾ ਹੈ ਇਹ ਬੜਾ ਪੁਰਾਣਾ ਇੱਕ ਕੇਸ ਹੈ ਤੇ ਇਸ ਕੇਸ 'ਚ ਚਲਾਨ ਵੀ ਪੇਸ਼ ਹੋ ਚੁੱਕਾ ਤੇ ਇਹਦੇ 'ਚ ਮੇਰਾ ਕੋਈ ਜਿਹੜਾ ਕੋਈ ਸਰੋਕਾਰ ਨਹੀਂ ਹੈ, ਉਸ ਚਲਾਨ 'ਚ ਮੇਰਾ ਨਾਮ ਹੀ ਨਹੀਂ ਹੈ। ਹੁਣ ਇਹ ਨਵੀਂ ਜਿਹੜੀ ਹੈ ਬੁਲਾ ਲਈ ਗਈ ਹੈ, ਵਿਜੀਲੈਂਸ ਨੇ ਦੁਬਾਰਾ ਇਹ ਕੇਸ ਖੋਲ੍ਹਿਆ ਤੇ ਦੁਬਾਰਾ ਕੇਸ ਖੋਲ ਕੇ ਤੇ ਮੇਰਾ ਨਾਂ ਜਿਹੜਾ ਇਹਦੇ 'ਚ ਸ਼ਾਮਲ ਕਰ ਲਿਆ। ਇਸ ਕਰਕੇ ਉਹਨਾਂ ਨੇ ਕਿਹਾ ਸੀ ਵੀ ਇਹ ਬੇਬੁਨਿਆਦ ਹੈ, ਇਸੇ ਕਰਕੇ ਉਹ ਹਾਈ ਕੋਰਟ 'ਚ ਚਲੇ ਗਏ ਸੀਗੇ ਤੇ ਹਾਈ ਕੋਰਟ ਨੇ ਵਿਜੀਲੈਂਸ ਨੂੰ ਕਿਹਾ ਸੀਗਾ ਵੀ ਇਹਨਾਂ ਨੂੰ ਜਦੋਂ ਬੁਲਾਉਣਾ ਹੋਵੇ ਤੇ ਇਹਨਾਂ ਨੂੰ ਪਹਿਲੇ ਨੋਟਿਸ ਇਸ਼ੂ ਕੀਤਾ ਜਾਏ। ਇਹਨਾਂ ਨੂੰ ਅੱਜ ਪੇਸ਼ ਹੋਣ ਲਈ ਕਿਹਾ ਗਿਆ ਸੀ ਪਰ ਇਹ ਅੱਜ ਪੇਸ਼ ਨਹੀਂ ਹੋਏ। ਇੱਕ ਤੇ ਇਹਨਾਂ ਨੇ ਇਹ ਗੱਲ ਜਿਹੜੀ ਇਹ ਆਖੀ ਹੈ ਕਿ ਮੈਨੂੰ ਨੋਟਿਸ ਜਿਹੜਾ ਹੈ ਉਹ ਬਹੁਤ ਲੇਟ ਮਿਲਿਆ ਜੀ ਤੇ ਨਾਲ ਹੀ ਇਹਨਾਂ ਨੇ ਵੀ ਕਿਹਾ ਵੀ ਇਹ ਇਨਕੁਆਇਰੀ ਸੰਬੰਧੀ ਹਾਈ ਕੋਰਟ ਦੇ ਵਿੱਚ ਸੁਣਵਾਈ ਚੱਲ ਰਹੀ ਹੈ, ਉਹਦਾ ਹਵਾਲਾ ਇਹਨਾਂ ਨੇ ਦਿੱਤਾ ਹੈ ਤੇ ਇਸ ਕਰਕੇ ਇਹਨਾਂ ਨੇ ਵਿਜੀਲੈਂਸ ਤੇ ਵੀ ਸਵਾਲ ਚੁੱਕੇ ਨੇ ਵੀ ਕਿਉਂਕਿ ਮਾਮਲਾ ਹਾਈ ਕੋਰਟ 'ਚ ਹੈ, ਇਹਦੇ ਤੇ ਸੁਣਵਾਈ ਹੋ ਰਹੀ ਹੈ, ਕੀ ਤੁਸੀਂ ਮੈਨੂੰ ਇਸ ਤਰ੍ਹਾਂ ਬੁਲਾ ਸਕਦੇ ਹੋ ਕਿ ਨਹੀਂ। ਇਹਨਾਂ ਨੇ ਇੱਕ ਵਿਜੀਲੈਂਸ ਦੇ ਕੋਲ ਪੇਸ਼ ਹੋਣ ਦੀ ਬਜਾਏ ਅੱਜ ਉਹਨਾਂ ਨੂੰ ਈਮੇਲ ਕਰਤੀ ਹੈ ਤੇ ਲਿਖਿਆ ਹੈ ਕਿ ਸ਼ਾਰਟ ਨੋਟਿਸ ਸੀਗਾ, ਜਿਵੇਂ ਤੁਹਾਨੂੰ ਮੈਂ ਪਹਿਲੇ ਦੱਸਿਆ, ਤੇ ਇਹਨਾਂ ਨੇ ਕਿਹਾ ਵੀ ਮਾਮਲਾ ਕਿਉਂਕਿ ਹਾਈ ਕੋਰਟ 'ਚ ਪੈਂਡਿੰਗ ਹੈ, ਇਹਦੀ ਸੁਣਵਾਈ ਹੋਣੀ 8 ਫਰਵਰੀ ਨੂੰ, ਕੀ ਤੁਸੀਂ ਮੈਨੂੰ ਬੁਲਾ ਸਕਦੇ ਹੋ। ਪਰ ਇਹ ਵੀ ਤੁਹਾਨੂੰ ਦੱਸਦੀ ਵੀ ਸਾਡੀ ਜਾਣਕਾਰੀ ਦੇ ਮੁਤਾਬਿਕ ਵਿਜੀਲੈਂਸ ਇਹਨਾਂ ਨੂੰ ਪੁੱਛਗਿੱਛ ਵਾਸਤੇ ਤੇ ਬੁਲਾ ਸਕਦੀ ਹੈ ਤੇ ਪੁੱਛਗਿੱਛ ਵਾਸਤੇ ਇਹਨਾਂ ਨੂੰ ਸ਼ਾਮਲ ਵੀ ਹੋਣਾ ਚਾਹੀਦਾ ਕਿਉਂਕਿ ਜੇ ਇਹਨਾਂ ਨੇ ਕੋਈ ਕੰਮ ਕੀਤਾ ਹੀ ਨਹੀਂ ਤੇ ਇਹਨਾਂ ਨੂੰ ਫਿਰ ਵਿਜੀਲੈਂਸ ਦੇ ਅੱਗੇ ਪੇਸ਼ ਹੋਣ ਦੇ ਵਿੱਚ ਹਰਜ ਕੀ ਹੈ ਕਿਉਂਕਿ ਬਹੁਤ ਸਾਰੇ ਆਰੋਪ ਲੱਗੇ ਸੀਗੇ। ਗੁਰਿੰਦਰ ਸਿੰਘ ਪਾਪੇ ਨੇ ਲਗਾਏ ਸੀ ਕਿ ਕਰੋੜਾਂ ਰੁਪਏ ਜਿਹੜੇ ਆ ਉਹਨੇ ਕੁਝ ਅਫਸਰਾਂ ਨੂੰ ਦਿੱਤੇ, ਕੁਝ ਮੰਤਰੀਆਂ ਨੂੰ ਦਿੱਤੇ ਤੇ ਉਹਦੇ ਬਦਲੇ ਦੇ ਵਿੱਚ ਉਹਦੇ ਠੇਕੇ ਜਿਹੜੇ ਆ ਉਹਨੂੰ ਮਿਲਦੇ ਰਹੇ। ਉਹ ਇਹਦਾ ਪਾਵਰਫੁਲ ਸੀ ਕਿ ਕੋਈ ਕਿਸੇ ਨੂੰ ਲਗਾਉਣਾ ਹੁੰਦਾ ਸੀ, ਕਿਸੇ ਦੀ ਪੋਸਟਿੰਗ ਹੁੰਦੀ ਸੀ ਜਾਂ ਕਿਸੇ ਦਾ ਤਬਾਦਲਾ ਕਰਾਉਣਾ ਹੁੰਦਾ ਸੀ, ਉਹਦੀ ਮਰਜ਼ੀ ਤੋਂ ਬਿਨਾਂ ਕੁਝ ਨਹੀਂ ਸੀ ਹੁੰਦਾ। ਹੁਣ ਵਿਜੀਲੈਂਸ ਦੇ ਅੱਗੇ ਪੇਸ਼ ਨਹੀਂ ਹੋਏ ਹੈ ਤੇ ਹੁਣ ਦੇਖੋ ਵਿਜੀਲੈਂਸ ਅੱਗੋਂ ਕੀ ਕਾਰਵਾਈ ਕਰਦੀ। ਜੇ ਵਿਜੀਲੈਂਸ ਨੇ ਹਾਈ ਕੋਰਟ ਦੇ ਵਿੱਚ ਕੇਸ ਰਹਿੰਦਿਆਂ ਹੋਇਆਂ ਵੀ ਇਹਨਾਂ ਨੂੰ ਤਲਬ ਕੀਤਾ ਤੇ ਇਹਦਾ ਮਤਲਬ ਤੇ ਇਹ ਸਾਫ਼ ਹੈ ਨਾ ਜੀ। ਤੇ ਵਿਜੀਲੈਂਸ ਨੇ ਕੋਈ ਆਪਣੀ ਕਾਨੂੰਨੀ ਰਾਏ ਲਈ ਹੋਣੀ ਹੈ, ਪੂਰੀ ਉਹਨਾਂ ਨੇ ਪੁੱਛ ਪੜਤਾਲ ਕੀਤੀ ਹੋਣੀ ਹੈ ਕਿਉਂਕਿ ਜੇ ਹਾਈ ਕੋਰਟ ਦੇ ਆਦੇਸ਼ ਹੁੰਦੇ ਵੀ ਇਹਨਾਂ ਨੂੰ ਬੁਲਾਣਾ ਹੀ ਨਹੀਂ ਤੇ ਫਿਰ ਵਿਜੀਲੈਂਸ ਬਿਲਕੁਲ ਨਾ ਬੁਲਾਉਂਦੀ। ਉਹ ਆਦੇਸ਼ ਇਹ ਹੋਣੇ ਹੈ ਕਿ ਇਹਨਾਂ ਨੂੰ ਬੁਲਾ ਕੇ ਪੁੱਛਗਿੱਛ ਕਰ ਲਈ ਜਾਵੇ।
ਹੁਣ ਮਾਮਲਾ ਅੱਗੋਂ ਵਿਜੀਲੈਂਸ ਵੱਲੋਂ ਕੀ ਚਿੱਠੀ ਜਾਂਦੀ ਹੈ, ਇਹਨਾਂ ਨੂੰ ਦੁਬਾਰਾ ਨੋਟਿਸ ਜਾਂਦਾ ਹੈ ਜਾਂ ਫਿਰ ਹਾਈ ਕੋਰਟ ਦੇ ਵਿੱਚ ਮੂਵ ਕਰਦੇ ਆ ਵਿਜੀਲੈਂਸ, ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੂਗਾ। ਇਹਦੇ ਨਾਲ ਹੀ ਇੱਕ ਜਿਹੜੇ ਸਵਾਲ ਹੈ ਜੀ, ਭਾਰਤ ਭੂਸ਼ਣ ਆਸ਼ੂ ਜੀ, ਉਹਨਾਂ ਦੇ ਬੜੇ ਕਰੀਬੀ ਮੰਨੇ ਜਾਂਦੇ ਜਿਹੜੇ ਪੰਕਜ ਮੀਨੂ ਮਲਹੋਤਰਾ ਅਤੇ ਇੰਦਰਜੀਤ ਇੰਦੀ, ਉਹਨਾਂ ਖਿਲਾਫ ਵਿਜੀਲੈਂਸ ਕਾਫੀ ਸਖਤ ਹੋ ਗਈ ਹੈ। ਇਹ ਸਾਰਾ ਕੀ ਮਾਮਲਾ ਹੈ? ਦੇਖੋ ਸਖਤ ਤਾਂ ਵਿਜੀਲੈਂਸ ਇਹਨਾਂ ਨੂੰ ਲੈ ਕੇ ਪਹਿਲੇ ਸੀ, ਤੁਹਾਨੂੰ ਯਾਦ ਹੋਣਾ ਟਰਾਂਸਪੋਰਟੇਸ਼ਨ ਘੁਟਾਲਾ, ਢੋਆ ਢੁਆਈ ਜਿਹੜੀ ਕਿ ਕਣਕ ਖਰੀਦਣੇ ਨੇ ਮੰਡੀਆਂ ਦੇ ਵਿੱਚ ਤੇ ਉਹਨਾਂ ਨੂੰ ਫਿਰ ਗੋਦਾਮਾਂ ਤੱਕ ਪਹੁੰਚਾਉਣਾ ਹੁੰਦਾ ਹੈ, ਉਹ ਟਰੱਕਾਂ ਦੇ ਵਿੱਚ ਢੋਆ ਢੁਆਈ ਹੁੰਦੀ, ਪਰ ਇਹ ਸਕੂਟਰਾਂ ਮੋਟਰਸਾਈਕਲਾਂ ਤੇ ਢੋਆ ਢੁਆਈ ਕਰ ਦਿੱਤੀ ਗਈ ਤੇ 2000 ਕਰੋੜ ਰੁਪਏ ਦਾ ਘੁਟਾਲਾ ਇਹ ਦੱਸਿਆ ਜਾਂਦਾ। ਪਰ ਜਿਹੜੇ ਫੂਡ ਸਪਲਾਈ ਡਿਪਾਰਟਮੈਂਟ ਦੇ ਸੀ, ਪਹਿਲੇ ਵੀ ਕਈ ਵਾਰੀ ਜ਼ਿਕਰ ਕੀਤਾ ਹੈ, ਜਿਹੜੇ ਸ਼ਿਵ ਖੰਨਾ ਫੂਡ ਸਪਲਾਈ ਦੇ ਅਧਿਕਾਰੀ ਨੇ, ਉਹਨਾਂ ਨੇ ਕਿਹਾ ਵੀ ਇਹ ਮਾਮਲਾ ਜਿਹੜਾ ਹੈ ਉਹ 2000 ਕਰੋੜ ਦਾ ਨਹੀਂ ਘੁਟਾਲਾ, ਇਹ ਘੁਟਾਲਾ ਹੈਗਾ 25000 ਤੋਂ 30000 ਕਰੋੜ ਦਾ ਘੁਟਾਲਾ ਹੈ। ਤੇ ਭਾਰਤ ਭੂਸ਼ਣ ਆਸ਼ੂ ਇਸੇ ਮਾਮਲੇ 'ਚ ਉਹਨਾਂ ਨੂੰ ਫੜਿਆ ਗਿਆ ਸੀਗਾ, ਤੁਹਾਨੂੰ ਯਾਦ ਹੋਣਾ, ਲੁਧਿਆਣਿਓਂ ਸਲੂਨ ਦੇ ਵਿੱਚੋਂ ਬੈਠੇ ਸੀਗੇ, ਆਪਣੀ ਕਟਿੰਗ ਕਰਾ ਰਹੇ ਸੀਗੇ ਤੇ ਉਹਨਾਂ ਨੂੰ ਵਿਜੀਲੈਂਸ ਨੇ ਫੜ ਲਿਆ ਸੀ, ਉਦੋਂ ਦੇ ਅੰਦਰ ਨੇ। ਤੇ ਇਹ ਕਿਹਾ ਜਾਂਦਾ ਵੀ ਸਾਰੇ ਜਿਹੜੇ ਹੈ ਪੰਕਜ ਮੀਨੂ ਮਲਹੋਤਰਾ ਤੇ ਇੰਦਰਜੀਤ ਇੰਦੀ, ਇਹ ਉਹਨਾਂ ਦੇ ਖਾਸੇ ਕਰੀਬੀ ਸੀਗੇ। ਪਹਿਲੇ ਤੇ ਇਹ ਰੌਲਾ ਸੀ ਵੀ ਉਹਨਾਂ ਦੇ ਪੀਏ ਰਹੇ ਨੇ, ਪਰ ਉਹ ਇਹਨਾਂ ਨੇ ਬਾਅਦ ਚੋਂ ਭਾਰਤ ਭੂਸ਼ਣ ਉਹਨੇ ਕਿਹਾ ਸੀ ਵੀ ਮੇਰੇ ਪੀਏ ਨਹੀਂ ਹੈਗੇ। ਤੇ ਇੱਕ ਤੇਲੂ ਰਾਮ ਦੀ ਵੀ ਗ੍ਰਿਫਤਾਰੀ ਹੋਈ ਸੀ, ਤੁਹਾਨੂੰ ਯਾਦ ਹੋਣਾ, 25 ਕਰੋੜ ਰੁਪਏ ਦੇ ਉਹਨੂੰ ਠੇਕੇ ਦੇ ਦਿੱਤੇ ਗਏ। ਮਤਲਬ ਬਹੁਤ ਸਾਰੇ ਲੋਕ ਇਹਦੇ 'ਚ ਇਨਵੋਲਵ ਸੀਗੇ ਤੇ ਲਗਾਤਾਰ ਵਿਜੀਲੈਂਸ ਇਹਨਾਂ ਨੂੰ ਫੜਨ ਵਾਸਤੇ, ਕਿਉਂਕਿ ਕੜੀ ਜਦੋਂ ਵੀ ਜੁੜਦੀ ਹੈ ਨਾ, ਉਹ 3 ਬੰਦਿਆਂ ਤੋਂ ਜੁੜਦੀ ਹੈ। ਭਾਰਤ ਭੂਸ਼ਣ ਆਸ਼ੂ, ਡਾਕਟਰ ਰਕੇਸ਼ ਸਿੰਗਲਾ ਜਿਹੜੇ ਕਿ ਫੂਡ ਐਂਡ ਸਪਲਾਈ ਡਿਪਾਰਟਮੈਂਟ ਦੇ ਵਿੱਚ ਵੱਡੇ ਅਹੁਦੇ ਤੇ ਰਹੇ ਨੇ, ਉਹਨਾਂ ਨੂੰ ਚੀਫ ਵਿਜੀਲੈਂਸ ਕਮੇਟੀ ਦਾ ਚੇਅਰਮੈਨ ਵੀ ਬਣਾਇਆ ਸੀ, ਪ੍ਰੋਕਿਉਰਮੈਂਟ ਕਮੇਟੀ ਦੇ ਵੀ ਉਹਨਾਂ ਨੂੰ ਕਈ ਪਾਵਰਾਂ ਦਿੱਤੀਆਂ ਹੋਈਆਂ ਸੀਗੀਆਂ। ਤੇ ਪੰਕਜ ਮੀਨੂ ਮਲਹੋਤਰਾ ਤੇ ਇੰਦਰਜੀਤ ਇੰਦੀ, ਇਹ ਤਿੰਨਾਂ ਬੰਦਿਆਂ ਨਾਲ ਕੜੀਆਂ ਜੁੜਦੀਆਂ। ਤੇ ਕਹਿ ਲਓ ਕਿ ਵਿਜੀਲੈਂਸ ਵਾਲੀ ਇਹ ਜਿਹੜੀ ਹੈ, ਵਿਜੀਲੈਂਸ ਲਈ ਇਹ ਬੜੀ ਚੁਣੌਤੀ ਹੈ, ਕਿਉਂਕਿ ਇਹ ਤਿੰਨਾਂ ਨੂੰ ਹੀ ਗ੍ਰਿਫਤਾਰ ਨਹੀਂ ਕੀਤਾ ਜਾ ਸਕਿਆ ਜੀ। ਰਕੇਸ਼ ਸਿੰਗਲਾ ਤੇ ਕਿਹਾ ਜਾ ਰਿਹਾ ਕਿ ਵਿਦੇਸ਼ 'ਚ ਬੈਠੇ ਨੇ, ਕਿਉਂਕਿ ਕੈਨੇਡਾ ਉਹਨਾਂ ਕੋਲ ਡਿਊਲ ਸਿਟੀਜ਼ਨਸ਼ਿਪ ਸੀਗੀ ਤੇ ਉਹ ਤਾਂ ਉੱਥੇ ਬੈਠੇ ਨੇ ਤੇ ਉਹਨਾਂ ਨੂੰ ਭਗੌੜਾ ਕਰ ਦਿੱਤਾ ਗਿਆ, ਪਹਿਲੇ ਹੀ ਕੋਸ਼ਿਸ਼ ਕਰ ਦਿੱਤਾ ਗਿਆ। ਹੁਣ ਇਹਨਾਂ ਨੂੰ ਵੀ ਭਗੌੜਾ ਘੋਸ਼ਿਤ ਕਰਨ ਦੀ ਜਿਹੜੀ ਹੈ ਵਿਜੀਲੈਂਸ ਵੱਲੋਂ ਤਿਆਰੀ ਕਰ ਲਈ ਗਈ ਹੈ। ਤੇ ਵਿਜੀਲੈਂਸ ਵੱਲੋਂ ਇਹ ਕਿਹਾ ਜਾ ਰਿਹਾ ਕਿ ਕੱਲ ਇਹਨਾਂ ਦੇ ਘਰ ਦੇ ਵਿੱਚ, ਇਹਨਾਂ ਦੇ ਕੁਝ ਟਿਕਾਣਿਆਂ ਦੇ ਉੱਤੇ, ਕਿਉਂਕਿ ਉਹਨਾਂ ਨੂੰ ਸੂਚਨਾ ਮਿਲੀ ਸੀ ਕਿ ਇਹ ਲੋਕ ਜਿਹੜੇ ਨੇ ਇੰਦਰਜੀਤ ਇੰਦੀ ਤੇ ਪੰਕਜ ਮੀਨੂ ਮਲਹੋਤਰਾ, ਇਹ ਆਪਣੇ ਪਰਿਵਾਰ ਦੇ ਤੇ ਕੁਝ ਰਿਸ਼ਤੇਦਾਰਾਂ ਦੇ ਸੰਪਰਕ 'ਚ ਨੇ। ਉਹਨਾਂ ਨੇ ਫੋਨ ਵੀ ਖੰਗਾਲੇ ਨੇ ਤੇ ਹੁਣ ਇਹਨਾਂ ਦੀਆਂ ਜਿੰਨੀਆਂ ਪ੍ਰਾਪਰਟੀਆਂ ਨੇ ਜਾਂ ਇਹਨਾਂ ਦੇ ਰਿਸ਼ਤੇਦਾਰਾਂ ਦੀਆਂ ਪ੍ਰਾਪਰਟੀਆਂ ਨੇ, ਵਿਜੀਲੈਂਸ ਨੇ ਉਹ ਸਾਰੀਆਂ ਵੀ ਖੰਗਾਲਣੀਆਂ ਸ਼ੁਰੂ ਕਰ ਦਿੱਤੀਆਂ, ਕਿਉਂਕਿ ਉਹਨਾਂ ਨੂੰ ਇਹ ਅੰਦੇਸ਼ਾ ਇਸ ਗੱਲ ਦਾ, ਕਿਉਂਕਿ ਜਿਹੜਾ ਵੀ ਪੈਸਾ ਘਪਲੇ ਦਾ ਹੋਇਆ, ਜਿਹੜਾ ਵੀ ਗਬਨ ਪੈਸਾ ਦਾ ਕੀਤਾ ਗਿਆ ਜਾਂ ਰਿਸ਼ਵਤਖੋਰੀ ਦਾ ਪੈਸਾ ਹੈ, ਉਹ ਪੈਸਾ ਇਨਵੈਸਟ ਹੋਇਆ ਪ੍ਰਾਪਰਟੀਆਂ ਦੇ ਵਿੱਚ। ਤੇ ਇਹਨਾਂ ਦੇ ਹੋਟਲ ਜਾਂ ਇਹਨਾਂ ਦੇ ਰੈਸਟੋਰੈਂਟ, ਇਹਨਾਂ ਨੇ ਕਿੱਥੇ ਕਿੱਥੇ ਜ਼ਮੀਨ ਖਰੀਦੀ, ਕਦੋਂ ਖਰੀਦੀ, ਕਿੰਨੇ ਦੀ ਖਰੀਦੀ, ਰਜਿਸਟਰੀ ਕਿੰਨੇ ਦੀ ਕਰਾਈ, ਕਾਲਾ ਧਨ ਕਿੰਨਾ ਇਹਨਾਂ ਨੇ ਉਹਦੇ 'ਚ ਖਪਾਇਆ, ਇਹ ਸਾਰੀ ਜਿਹੜੀ ਹੈ ਵਿਜੀਲੈਂਸ ਦੀ ਜਾਂਚ ਕਰ ਰਹੀ ਹੈ। ਇਹਨਾਂ ਦੇ ਬੈਂਕ ਦੇ ਖਾਤਿਆਂ ਦੇ ਵਿੱਚ ਕੀ ਲੈਣ ਦੇਣ ਹੋਇਆ, ਇਹਨਾਂ ਦੇ ਰਿਸ਼ਤੇਦਾਰਾਂ ਦੇ ਬੈਂਕ ਦੇ ਖਾਤਿਆਂ 'ਚ ਕੀ ਲੈਣ ਦੇਣ ਹੋਇਆ, ਇਹਨੂੰ ਸਾਰਿਆਂ ਨੂੰ ਲੈ ਕੇ ਜਿਹੜੀ ਹੈ ਵਿਜੀਲੈਂਸ ਉਹ ਖੰਗਾਲ ਰਹੀ ਹੈ, ਕਿਉਂਕਿ ਇਹ ਬੜਾ ਹੀ ਸੰਵੇਦਨਸ਼ੀਲ ਮਾਮਲਾ ਹੈ। ਪੰਜਾਬ ਦੇ ਖਜ਼ਾਨੇ ਦੇ ਨਾਲ ਧਰੋਹ ਹੈ, ਪੰਜਾਬ ਨੂੰ ਲੁੱਟਿਆ ਗਿਆ ਜੇ ਸਿੱਧੇ ਸ਼ਬਦਾਂ 'ਚ ਅਸੀਂ ਕਹੀਏ। ਤੇ ਆਮ ਆਦਮੀ ਪਾਰਟੀ ਦੀ ਸਰਕਾਰ ਲਈ ਵੀ ਇਹ ਚੁਣੌਤੀ ਹੈ, ਕਿਉਂਕਿ ਅਕਸਰ ਕੀ ਹੁੰਦਾ ਹੈ, ਪਹਿਲੇ ਵਿਜੀਲੈਂਸ ਮਾਮਲੇ ਦਰਜ ਕਰਦੀ ਹੈ ਤੇ ਫਿਰ ਕੋਰਟ ਦੇ ਵਿੱਚ ਉਹ ਕਿਤੇ ਖੜੇ ਨਹੀਂ ਹੁੰਦੇ। ਹੁਣ ਜਿੰਨਾ ਚਿਰ ਕੋਰਟ ਵੱਲੋਂ ਇਹਨਾਂ ਨੂੰ ਭਾਰਤ ਭੂਸ਼ਣ ਆਸ਼ੂ ਨੂੰ ਦੋਸ਼ੀ ਕਰਾਰ ਨਹੀਂ ਦਿੱਤਾ ਜਾਂਦਾ, ਉਨੀ ਦੇਰ ਤੇ ਇੱਕ ਭਾਰਤ ਭੂਸ਼ਣ ਆਸ਼ੂ ਵੀ ਕਹਿਣਗੇ ਨਾ ਜੀ ਇਹ ਸਾਰੀ ਦੀ ਸਾਰੀ ਰਾਜਨੀਤਿਕ ਸਾਜ਼ਿਸ਼ ਸੀ, ਉਤੋਂ ਪ੍ਰੇਰਿਤ, ਜੋ ਆਮ ਤੌਰ ਤੇ ਲੀਡਰ ਕਹਿੰਦੇ ਆ। ਇਸ ਕਰਕੇ ਵਿਜੀਲੈਂਸ ਲਈ ਚੁਣੌਤੀ ਹੈ, ਉਹ ਪੂਰੇ ਸਬੂਤ ਜਿਹੜੇ ਉਹ ਇਕੱਠੇ ਕਰ ਰਹੇ ਨੇ ਤਾਂ ਕਿ ਭਾਰਤ ਭੂਸ਼ਣ ਆਸ਼ੂ ਨੂੰ ਲੰਬੀ ਜਿਹੜੀ ਉਹ ਲੱਗੇ ਤੇ ਤਮਾਮ ਨਾਲ ਜਿਹੜੀ ਹੈ ਜਿਹੜਾ ਪੈਸਾ ਖਾਦਾ ਉਹ ਪੈਸੇ ਦੀ ਰਿਕਵਰੀ ਵੀ ਹੋਵੇ। ਇਸ ਤੇ ਵਿਜੀਲੈਂਸ ਜਿਹੜੀ ਹੈ ਉਹ ਕੰਮ ਕਰ ਰਹੀ ਹੈ। ਪੰਡਾਰੀ ਸਾਹਿਬ, ਆਪ ਸਰਕਾਰ ਜਿਹੜੀ ਕਾਫੀ ਵਧੀਆ ਕੰਮ ਕਰ ਰਹੀ ਹੈ ਤੇ ਹੁਣ ਉਹਨਾਂ ਨੇ ਆਪਣੇ ਮੰਤਰੀਆਂ ਦਾ ਰਿਪੋਰਟ ਕਾਰਡ ਤਿਆਰ ਕਰਨਾ ਸ਼ੁਰੂ ਕਰ ਦਿੱਤਾ ਤੇ ਇਹਦੇ ਨਾਲ ਹੀ ਇੱਕ ਜਿਹੜੀ ਬਲਜਿੰਦਰ ਕੌਰ ਨੇ, ਪ੍ਰੋਫੈਸਰ ਬਲਜਿੰਦਰ ਕੌਰ ਆਪ ਦੇ ਵਿਧਾਇਕ ਨੇ, ਉਹਨਾਂ ਨੂੰ ਚੀਫ ਵੀਪ ਲਗਾ ਦਿੱਤਾ ਗਿਆ। ਦੇਖੋ ਪ੍ਰਿੰਸ, ਇਹਦੇ 'ਚ ਕੋਈ ਦੋ ਰਾਏ ਨਹੀਂ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਦਲਾਵ ਦੀ ਗੱਲ ਕਰਕੇ ਸੱਤਾ 'ਚ ਆਈ ਸੀਗੀ ਤੇ ਉਹ ਕੰਮ ਵੀ ਚੰਗਾ ਕਰ ਰਹੇ। ਜੇ ਉਹਨਾਂ ਨੇ ਭ੍ਰਿਸ਼ਟਾਚਾਰ ਤੇ ਕੰਮ ਤੇ ਕੀਤਾ, ਪਹਿਲੀ ਵਾਰੀ ਇਸ ਤਰ੍ਹਾਂ ਆਇਆ ਵੀ ਕੁਝ ਸਾਬਕਾ ਮੰਤਰੀ, ਸਾਬਕਾ ਵੱਡੇ ਅਧਿਕਾਰੀ, ਉਹਨਾਂ ਦੇ ਖਿਲਾਫ ਜਾਂਚ ਚੱਲ ਰਹੀ ਹੈ ਜੀ। ਤੇ ਹੁਣ ਦੇਖੋ, ਕਿਉਂ ਗੁਜਰਾਤ 'ਚ ਬਿਜੀ ਸੀਗੇ, ਪਹਿਲੇ ਹਿਮਾਚਲ 'ਚ ਬਿਜੀ ਸੀਗੇ, MCD ਦੀਆਂ ਚੋਣਾਂ ਸੀਗੀਆਂ, ਦਿੱਲੀ ਉੱਥੇ ਕੇਜਰੀਵਾਲ ਸਾਹਿਬ ਬਿਜੀ ਸੀਗੇ।
ਹਿਮਾਚਲ 'ਚ ਤੇ 0 ਕੋਈ ਵੋਟ ਨਹੀਂ ਆਈ, ਉੱਥੇ 5 ਆਈਆਂ, ਗੁਜਰਾਤ 'ਚੋਂ ਵੀ ਐਮਐਲਏ ਜਿਹੜੇ 5 ਆਏ ਉਹ ਭੱਜਣ ਨੂੰ ਫਿਰਦੇ ਆ, ਕਿਉਂਕਿ ਪੰਜਾਬ ਜਿਹੜਾ ਇਹਨਾਂ ਲਈ ਇੱਕ ਬੜੀ ਹੀ ਪ੍ਰਾਈਮ ਸਟੇਟ ਆ ਜੀ। ਤੁਸੀਂ ਦੇਖੋ ਕਿ ਹਮੇਸ਼ਾ ਹੀ ਪੰਜਾਬ ਨੇ ਪਹਿਲੇ 2 ਪਾਰਟੀਆਂ ਨੂੰ ਚੁਣਿਆ, ਜਾਂ ਅਕਾਲੀ ਦਲ ਰਾਜ ਕਰਦੀ ਰਹੀ ਤੇ ਜਾਂ ਕਾਂਗਰਸ ਰਾਜ ਕਰਦੀ ਰਹੀ, ਭਾਵੇਂ ਭਾਈਵਾਲ ਰਹੇ ਇਹਨਾਂ ਦੇ ਸ਼੍ਰੋਮਣੀ ਅਕਾਲੀ ਦਲ ਦੇ ਬੀਜੇਪੀ ਵਾਲੇ, ਪਰ ਜਿਹੜਾ ਸੱਤਾ ਇਹਨਾਂ ਦੇ ਕੋਲ ਇਹਨਾਂ ਦੇ ਨਾਂ ਤੇ ਹੀ ਆਈ ਕਿ ਅਕਾਲੀ ਦਲ ਦਾ ਰਾਜ ਹੈ ਜੀ। ਇਸ ਵਾਰੀ ਪਹਿਲੀ ਵਾਰੀ ਹੋਇਆ ਹੈ ਕਿ ਜਿਹੜਾ ਆਮ ਆਦਮੀ ਪਾਰਟੀ ਨੂੰ 92 ਸੀਟਾਂ ਮਿਲੀਆਂ ਤੇ ਹੁਣ ਬਿਲਕੁਲ ਠੀਕ ਹੈ ਕਿ ਹੁਣ 2024 ਚ ਲੋਕ ਸਭਾ ਇਲੈਕਸ਼ਨ ਹੈ ਤੇ ਆਮ ਆਦਮੀ ਪਾਰਟੀ ਦੀ ਜਿਹੜੀ ਲੀਡਰਸ਼ਿਪ ਹੈ, ਖਾਸ ਕਰ ਅਰਵਿੰਦ ਕੇਜਰੀਵਾਲ, ਜੇ ਉਹ ਪ੍ਰਧਾਨ ਮੰਤਰੀ ਬਣਨ ਦਾ ਸੁਪਨਾ ਦੇਖਦੇ ਨੇ ਤੇ ਉਹ ਇਹ ਚਾਹਣਗੇ ਕਿ ਮੇਰੀਆਂ ਵੱਧ ਤੋਂ ਵੱਧ ਸੀਟਾਂ ਜਿਹੜੀਆਂ ਪੰਜਾਬ ਚੋਂ ਆਉਣ। ਤੁਹਾਨੂੰ ਯਾਦ ਹੋਣਾ ਹੈ ਕਿ 2014 ਦੇ ਵਿੱਚ ਜਦੋਂ ਆਮ ਆਦਮੀ ਪਾਰਟੀ ਤਾਂ ਬਣੀ ਸੀ 2012 ਚ ਅੰਨਾ ਹਜ਼ਾਰੇ ਦੇ ਅੰਦੋਲਨ ਤੋਂ, ਤੇ ਪੂਰੇ ਦੇਸ਼ 'ਚ ਇਹਨਾਂ ਨੇ ਆਪਣੇ ਕੈਂਡੀਡੇਟ ਖਿਲਾਰੇ ਸੀ, 300 ਕੁਝ ਲੋਕਾਂ ਨੂੰ ਟਿਕਟ ਦਿੱਤੀ ਸੀ ਤੇ 4 ਐਮਪੀ ਬਣੇ ਸੀਗੇ ਪੰਜਾਬ ਚੋਂ ਜੀ। 2017 ਦੇ ਵਿੱਚ ਵਿਧਾਨ ਸਭਾ ਇਲੈਕਸ਼ਨ ਹੁੰਦੇ ਤੇ 20 ਸੀਟਾਂ ਆਉਂਦੀਆਂ ਆਮ ਆਦਮੀ ਪਾਰਟੀ ਦੀਆਂ, ਤੇ 2019 ਦੇ ਵਿੱਚ ਕੇਵਲ ਸਿਰਫ ਇੱਕੋ ਹੀ ਐਮਪੀ ਰਹਿ ਗਿਆ ਸੀ ਜੀ, ਆਪਣੇ ਭਗਵੰਤ ਮਾਨ ਜੀ। ਤੇ ਫਿਰ 22 ਦੇ ਇਲੈਕਸ਼ਨ ਹੁੰਦੇ ਆ, 22 ਦੇ ਵਿੱਚ 92 ਸੀਟਾਂ, ਜਿਹਦੀ ਕਿ ਉਮੀਦ ਵੀ ਨਹੀਂ ਸੀ ਕੀਤੀ ਜਾ ਸਕਦੀ, ਪਰ ਉਹ ਇੰਨੀਆਂ ਸੀਟਾਂ ਆ ਗਈਆਂ। ਹੁਣ ਜਿਹੜੀ ਹੈ ਲੀਡਰਸ਼ਿਪ ਇਹ ਦੇਖ ਰਹੀ ਹੈ ਵੀ ਜਿਸ ਕਰਕੇ ਲੋਕਾਂ ਨੇ ਸਾਨੂੰ ਵੋਟਾਂ ਪਾਈਆਂ, ਕੀ ਸਾਡੇ ਜਿਹੜੇ ਲੀਡਰ ਹੈ, ਸਾਡੇ ਐਮਐਲਏ ਹੈ, ਸਾਡੇ ਮੰਤਰੀ ਹੈ, ਉਹਨਾਂ ਚੀਜ਼ਾਂ ਤੇ ਖਰੇ ਉਤਰ ਰਹੇ ਹੈ ਜੀ। ਇਹ ਵੀ ਹੋ ਸਕਦਾ ਹੈ ਕਿ ਦੇਖੋ ਪਹਿਲੇ ਤੇ ਜਿਵੇਂ ਇਹਨਾਂ ਨੂੰ ਵੀ ਬੀਜੇਪੀ ਕੋਲੋਂ ਇੱਕ ਸਬਕ ਲੈਣ ਦੀ ਜਿਹੜੀ ਜ਼ਰੂਰਤ ਹੈ। ਬੀਜੇਪੀ ਨੇ ਜੋ ਕੰਮ ਗੁਜਰਾਤ 'ਚ ਕੀਤਾ ਹੈ, ਅਸੀਂ ਪਹਿਲੇ ਵੀ ਕਿਹਾ ਸੀਗਾ ਕਿ 103 ਉਹਨਾਂ ਨੇ ਆਪਣੇ ਐਮਐਲਏਆਂ ਦੇ ਟਿਕਟ ਹੀ ਕੱਟਦੇ ਸੀਗੇ, ਜਦ ਕਿ ਇੱਥੇ ਕੋਈ ਇੱਕ ਵਾਰੀ ਐਮਐਲਏ ਬਣ ਜਾਂਦਾ ਉਹ ਤੇ ਆਪਣੀ ਸੀਟ ਪੱਕੀ ਕਰ ਲੈਂਦਾ, ਮੋਹਰ ਲਾ ਦਿੰਦਾ ਵੀ ਇਹ ਮੇਰੀ ਹੀ ਸੀਟ ਆ ਜੀ। ਹੁਣ ਆਮ ਆਦਮੀ ਪਾਰਟੀ ਕਿਤੇ ਨਾ ਕਿਤੇ ਇਸ ਗੱਲ ਨੂੰ ਲੈ ਕੇ ਚਿੰਤਿਤ ਆ ਵੀ ਕਿਤੇ ਐਸਾ ਨਾ ਹੋਏ ਵੀ ਜਿਹੜੇ ਸਾਡੇ ਐਮਐਲਏ ਜਿੱਤ ਕੇ ਆਏ, ਬਹੁਤ ਸਾਰੇ ਐਸੇ ਨੇ ਜਿਹੜੇ ਪਹਿਲੀ ਵਾਰੀ ਜਿੱਤੇ ਨੇ, ਉਹਨਾਂ ਨੂੰ ਪਤਾ ਵੀ ਨਹੀਂ ਹੈ, ਮਤਲਬ ਕੌਂਸਲਰ ਲੜਦੇ ਤੇ ਸ਼ਾਇਦ ਨਾ ਜਿੱਤਦੇ ਪਰ ਐਮਐਲਏ ਜਿੱਤ ਗਏ, ਤੇ ਉਹਨਾਂ ਨੂੰ ਵੀ ਕਿਸ ਤਰ੍ਹਾਂ ਸਿਖਾਇਆ ਜਾਵੇ ਤਾਂ ਕਿ ਲੋਕਾਂ ਦੇ ਵਿੱਚ ਵਿਚਰਨ, ਕੀ ਉਹ ਲੋਕਾਂ ਦੇ ਵਿੱਚ ਵਿਚਰ ਰਹੇ ਕਿ ਨਹੀਂ ਵਿਚਰ ਰਹੇ। ਮੰਤਰੀ ਮੰਡਲ 'ਚ ਰੀਸ਼ਫਲਿੰਗ ਦੀ ਵੀ ਗੱਲ ਕੀਤੀ ਜਾ ਰਹੀ ਹੈ। ਹੁਣ ਜਿਵੇਂ ਫੌਜਾ ਸਿੰਘ ਸਰਾਰੀ ਦੇ ਉੱਪਰ ਆਰੋਪ ਲੱਗੇ ਸੀਗੇ, ਹੁਣ ਉਹਨਾਂ ਨੂੰ ਹਟਾਉਣ ਦੀ ਗੱਲ ਕੀਤੀ ਜਾ ਰਹੀ ਹੈ। ਹੁਣ ਹਟਾਉਣਗੇ ਜਾਂ ਨਹੀਂ ਹਟਾਉਣਗੇ, ਕਿਹਨੂੰ ਲਗਾਇਆ ਜਾਏਗਾ, ਇਹ ਤੇ ਆਉਣ ਵਾਲਾ ਸਮਾਂ ਹੀ ਦੱਸੂਗਾ। ਪਰ ਇੱਕ ਗੱਲ ਹੈਗੀ ਹੈ ਕਿ ਆਮ ਆਦਮੀ ਪਾਰਟੀ ਇਸ ਜਿਹੜੀ ਹੈ ਇਸ ਵੇਲੇ ਬਿਲਕੁਲ ਪੰਜਾਬ ਦੇ ਵਿੱਚ ਜਿਸ ਤਰ੍ਹਾਂ ਦੀ ਉਹਨਾਂ ਨੂੰ ਜਿੱਤ ਮਿਲੀ ਹੈ, ਉਹ ਚਾਹੁੰਦੇ ਨੇ ਕਿ ਪੰਜਾਬ ਦੇ ਵਿੱਚ ਵੱਧ ਤੋਂ ਵੱਧ, ਪਹਿਲੀ ਗੱਲ ਤੇ ਜਿਹੜੀਆਂ ਨਿਗਮ ਦੀਆਂ ਸੀਟਾਂ ਚੋਣਾਂ ਹੋਣੀਆਂ, ਉਹ ਚੋਣਾਂ ਤੇ ਜਿੱਤ ਹਾਸਲ ਕੀਤੀ ਜਾਏ। ਫਿਰ ਉਹਨਾਂ ਨੂੰ ਹੈਗਾ ਵੀ ਲੋਕ ਸਭਾ ਦੀਆਂ ਸੀਟਾਂ ਜਿੱਤੀਆਂ ਜਾਣ। ਇਸ ਕਰਕੇ ਉਹ ਹਰ ਜਿਹੜੀ ਹੈ ਚੀਜ਼ ਜਿਹੜੀ ਹੈ ਬਹੁਤ ਬਰੀਕੀ ਦੇ ਨਾਲ ਇਹਦੇ ਤੇ ਨਜ਼ਰ ਰੱਖ ਰਹੇ ਆ, ਕਿਉਂਕਿ ਪੰਜਾਬੀ ਜਿਹੜੇ ਆ ਜੇ ਉੱਤੇ ਬਾ ਦਿੰਦੇ ਆ ਤੇ ਥੱਲੇ ਵੀ ਬੜੀ ਛੇਤੀ ਲਾ ਦਿੰਦੇ ਆ। ਇਹਦੀਆਂ ਬਹੁਤ ਸਾਰੀਆਂ ਉਦਾਹਰਨਾਂ ਨੇ। ਆਪਾਂ ਜੇ ਪਿਛੋਕੜ ਚਲੇ ਜਾਈਏ, ਤੁਹਾਨੂੰ ਯਾਦ ਹੋਣਾ ਵਾਮਪੰਥੀ ਪਾਰਟੀਆਂ ਹੁੰਦੀਆਂ ਸੀਗੀਆਂ ਇੱਥੇ, ਕਦੀ ਐਮਐਲਏ ਵੀ ਬਣੇ ਉਹਨਾਂ ਦੇ, ਹੁਣ ਉਹਨਾਂ ਦਾ ਨਾਮ ਥੋੜੇ ਉਹਨਾਂ ਦੀ ਕਾਰਨ ਰਹਿ ਗਏ ਨੇ। ਬਹੁਜਨ ਸਮਾਜ ਪਾਰਟੀ ਸੀਗੀ, ਕਦੀ ਉਹਨਾਂ ਦੇ 3 ਐਮਪੀ ਹੁੰਦੇ ਸੀਗੇ ਪੰਜਾਬ ਦੇ ਵਿੱਚ, ਤੇ ਹੌਲੀ ਹੌਲੀ ਕਰਕੇ ਬਹੁਜਨ ਸਮਾਜ ਪਾਰਟੀ ਦੇ ਦੇਖੋ ਹਾਸ਼ੀਏ ਤੇ ਚਲੀ ਗਈ। ਇਸ ਕਰਕੇ ਆਮ ਆਦਮੀ ਪਾਰਟੀ ਨੂੰ ਇਹ ਸੋਚਣਾ ਪਏਗਾ ਕਿ ਪੰਜਾਬ ਦੇ ਲੋਕ ਚਾਹੁੰਦੇ ਕੀ ਹੈ। ਲਾਅ ਐਂਡ ਆਰਡਰ ਦੀ ਗੱਲ ਵੀ ਜੇ ਅਸੀਂ ਕਰੀਏ ਤੇ ਜੇਲ੍ਹਾਂ ਚੋਂ ਮੋਬਾਈਲ ਮਿਲਣ ਦੀ ਗੱਲ ਕਰੀਏ, ਇਹ तमाम ਚੀਜ਼ਾਂ ਜਿਹੜੀਆਂ ਉਹਦੀ ਸਮੀਖਿਆ ਹੁਣ ਆਮ ਆਦਮੀ ਪਾਰਟੀ ਸਰਕਾਰ ਕਰ ਰਹੀ। ਜਿਹੜੀ ਤੁਸੀਂ ਗੱਲ ਕੀਤੀ ਹੈ ਪ੍ਰੋਫੈਸਰ ਬਲਜਿੰਦਰ ਕੌਰ ਜਿਹੜੇ ਲਾਏ ਗਏ ਨੇ, ਇਹਨਾਂ ਨੂੰ ਚੀਫ ਵਿਪ ਲਾਇਆ ਗਿਆ, ਉਹ ਇਹ ਤੇ ਹਮੇਸ਼ਾ ਹੀ ਹੋਇਆ ਹੈ ਕਿ ਐਡਜਸਟ ਕਰਨ ਵਾਸਤੇ ਦੇਖੋ 15% ਜਿਹੜੇ ਨੋਰਮਸ ਨੇ ਤੁਸੀਂ ਮੰਤਰੀ ਬਣਾ ਸਕਦੇ ਹੋ, ਇਹਨਾਂ ਨੇ 14 ਬਣਾਤੇ ਨੇ, 3 ਮੰਤਰੀ ਇਹਨਾਂ ਨੇ ਹੋਰ ਬਣਾਣੇ ਕਿ ਇੱਕ ਮੁੱਖ ਮੰਤਰੀ ਨੇ। ਹੁਣ ਨਾ ਇਹਨਾਂ ਦਾ ਆ ਰਿਹਾ ਸੀਗਾ ਪ੍ਰੋਫੈਸਰ ਬਲਜਿੰਦਰ ਕੌਰ ਦਾ ਵੀ ਇਹਨਾਂ ਨੂੰ ਮੰਤਰੀ ਬਣਾਇਆ ਜਾਏਗਾ। ਹੁਣ ਜਦੋਂ ਇਹਨਾਂ ਨੂੰ ਵਿਪ ਲਾਤਾ ਗਿਆ, ਚੀਫ ਵਿਪ ਲਾਤਾ ਗਿਆ ਤੇ ਕੈਬਨਿਟ ਰੈਂਕ ਦਿੱਤਾ ਗਿਆ, ਸਾਰੀਆਂ ਉਹਨਾਂ ਨੂੰ ਸਹੂਲਤਾਂ ਮਿਲਣਗੀਆਂ। ਇਹਦਾ ਮਤਲਬ ਤੇ ਇਹ ਕਿ ਉਹਨਾਂ ਦਾ ਤੇ ਨਾ ਇੱਕ ਹਿਸਾਬ ਨਾਲ ਜਿਹੜਾ ਕੱਢ ਦਿੱਤਾ ਗਿਆ, ਉਹਨਾਂ ਨੂੰ ਕੈਬਨਿਟ 'ਚ ਨਹੀਂ ਲੈਣਗੇ ਜੀ। ਤੇ ਪਹਿਲੇ ਤੁਹਾਨੂੰ ਯਾਦ ਹੋਣਾ, ਪਹਿਲੇ ਸਰਕਾਰਾਂ ਚੀਫ ਪਾਰਲੀਮੈਂਟ ਸੈਕਟਰੀ ਲਾ ਦਿੰਦੀਆਂ ਸੀ, ਇਸ ਤਰ੍ਹਾਂ ਦੇ ਕ੍ਰੀਏਟ ਕਰ ਦਿੰਦੀਆਂ, ਕਿਸੇ ਨੂੰ ਚੇਅਰਮੈਨ ਲਾਤਾ ਕਿਸੇ ਬੋਰਡ ਦਾ ਆਪਣੇ ਬੰਦੇ ਐਡਜਸਟ ਕਰਨ ਵਾਸਤੇ। ਤੋ ਦੇਖੋ ਜਿਹੜੀ ਰੀਸ਼ਫਲਿੰਗ ਹੈ ਉਹਨਾਂ ਦਾ ਅਧਿਕਾਰ ਹੈ। ਕਿਹਾ ਜਾ ਰਿਹਾ ਹੈ ਵੀ 18 ਦਸੰਬਰ ਨੂੰ ਉੱਥੇ ਕੇਜਰੀਵਾਲ ਸਾਹਿਬ ਨੇ ਮੀਟਿੰਗ ਬੁਲਾਈ ਹੈ ਤੇ ਇਸ ਮਹੀਨੇ ਦੇ ਐਂਡ ਦੇ ਵਿੱਚ ਬਹੁਤ ਵੱਡੀ ਜਿਹੜੀ ਫੇਰਬਦਲ ਹੈ ਉਹ ਹੋਏਗੀ, ਤੇ ਜਿਹੜੇ ਐਮਐਲਏ ਨਹੀਂ ਪਰਫਾਰਮ ਕਰ ਰਹੇ ਉਹਨਾਂ ਨੂੰ ਚੇਤਾਵਨੀ ਵੀ ਦਿੱਤੀ ਜਾਏਗੀ, ਤੇ ਇਹ ਵੀ ਹੋ ਸਕਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਨੂੰ ਕੋਈ ਫਿਰ ਵੱਡੀ ਜ਼ਿੰਮੇਵਾਰੀ ਨਾ ਦੇਣ ਦੀ ਵੀ ਗੱਲ ਕੀਤੀ ਜਾਵੇ। ਅਬਨਰੀ ਸਾਹਿਬ, ਕੈਨੇਡਾ ਜੋ ਕਿ ਪੰਜਾਬੀਆਂ ਦੀ ਪਹਿਲੀ ਪਸੰਦ ਮੰਨਿਆ ਜਾਂਦਾ ਜੀ, ਉਹ ਵੀ ਅੱਜ ਕੱਲ੍ਹ ਸੇਫ ਨਹੀਂ ਰਹਿ ਗਿਆ। ਆਏ ਦਿਨ ਕਤਲ ਦੀਆਂ ਵਾਰਦਾਤਾਂ ਦੇ
ਵਾਰਦਾਤਾਂ ਹੋ ਰਹੀਆਂ ਨੇ ਉੱਥੇ, ਤੇ ਇਹਨੂੰ ਲੈ ਕੇ ਕੀ ਕਹਿਣਾ ਚਾਹੋਗੇ? ਜਿਵੇਂ ਉਹ ਕਾਫੀ ਜ਼ਿਆਦਾ ਉੱਥੇ ਵੀ ਮਾਹੌਲ ਖਰਾਬ ਹੋ ਰਿਹਾ। ਦੇਖੋ ਪ੍ਰਿੰਸ, ਕੈਨੇਡਾ ਦੇ ਵਿੱਚ ਬੜੀ ਮੰਦਭਾਗੀ ਘਟਨਾ ਹੈ ਕਿ ਪਿਛਲੇ 15 ਦਿਨਾਂ ਦੇ ਵਿੱਚ 4 ਪੰਜਾਬੀਆਂ ਦੀ ਹੱਤਿਆ ਕਰ ਦਿੱਤੀ ਗਈ। ਦੇਖੋ ਜਿਹੜੀ ਕਿ ਬਹੁਤ ਹੀ ਮੰਦਭਾਗੀ ਗੱਲ ਹੈ। ਬੱਚੇ ਇੱਥੇ ਪਰਿਵਾਰ ਭੇਜਦੇ ਆ ਵੀ ਇੱਥੋਂ ਦੇ ਮਾਹੌਲ ਤੋਂ, ਸਭ ਤੋਂ ਜ਼ਿਆਦਾ ਗੱਲ ਹੈ ਮਾਹੌਲ ਤੋਂ ਤੰਗ ਆ ਕੇ ਉੱਥੇ ਭੇਜਦੇ ਵੀ ਇੱਥੇ ਨਸ਼ਾ ਜੀ, ਗੈਂਗਸਟਰ ਕਲਚਰ, ਸੇਫਟੀ ਨਹੀਂ ਹੈ, ਆਏ ਦਿਨ ਐਕਸੀਡੈਂਟ ਹੁੰਦੇ ਆ, ਇਸ ਕਰਕੇ ਆਪਣੇ ਬੱਚਿਆਂ ਨੂੰ ਉੱਥੇ ਭੇਜ ਰਹੇ ਨੇ। ਹੁਣ 15 ਦਿਨਾਂ ਦੇ ਵਿੱਚ 4 ਪੰਜਾਬੀਆਂ ਦੀ ਹੱਤਿਆ ਹੋ ਗਈ। 24 ਨਵੰਬਰ ਨੂੰ 18 ਸਾਲ ਦਾ ਮੁੰਡਾ ਕੋਲੰਬੀਆ ਦੇ ਵਿੱਚ ਉਹਨੂੰ ਚਾਕੂ ਮਾਰ ਕੇ ਮਾਰ ਦਿੱਤਾ ਜਾਂਦਾ ਹੈ। ਉਹਦਾ ਨਾਂ ਸੀ ਮਹਿਕਪ੍ਰੀਤ ਸੇਠੀ। ਸਕੂਲ ਦੀ ਪਾਰਕਿੰਗ 'ਚ ਹੀ ਕਿਹਾ ਜਾਂਦਾ ਵੀ ਉੱਥੇ ਕਿਸੇ ਬੱਚੇ ਨਾਲ ਉਹਦਾ ਝਗੜਾ ਹੁੰਦਾ ਤੇ ਉਹ ਉਹਨੂੰ ਚਾਕੂ ਮਾਰ ਦਿੰਦਾ ਹੈ, ਜਿਹੜੀ ਕਿ ਬੜੀ ਮੰਦਭਾਗੀ ਘਟਨਾ ਹੈ ਕਿਉਂਕਿ ਮਾਪਿਆਂ ਦੇ ਇੱਕ ਦੋ ਦੋ ਤੇ ਬੱਚੇ ਅੱਜ ਕੱਲ੍ਹ ਤੇ ਉੱਥੇ ਵੀ ਜੇ ਸੇਫ ਨਹੀਂ ਹੈ ਤੇ ਇਸ ਕਰਕੇ ਲੋਕਾਂ ਨੂੰ ਵੀ ਇਹ ਸੋਚਣਾ ਪਏਗਾ ਕਿ ਆਪਣੇ ਬੱਚਿਆਂ ਨੂੰ ਭੇਜ ਰਹੇ ਹਾਂ ਤੇ ਅਸੀਂ ਉਹਨਾਂ ਨੂੰ ਕੁਝ ਚੀਜ਼ਾਂ ਸਮਝਾ ਕੇ ਭੇਜਣੀਆਂ ਵੀ ਬੁਰੀ ਸੰਗਤ ਤੋਂ ਦੂਰ ਰਹੋ, ਡਰੱਗਸ ਤੋਂ ਦੂਰ ਰਹੋ। ਦੂਜਾ ਜਿਹੜਾ ਮਾਮਲਾ ਆਇਆ ਸੀਗਾ ਕੈਨੇਡਾ ਦੇ ਓਨਟਾਰੀਓ 'ਚ 5 ਦਸੰਬਰ ਨੂੰ 21 ਸਾਲ ਦੀ ਕੁੜੀ ਪਵਨਪ੍ਰੀਤ ਕੌਰ, ਉਹਦੀ ਗੋਲੀ ਮਾਰ ਕੇ ਉਹਨੂੰ ਮਾਰਤਾ ਜਾਂਦਾ ਹੈ ਤੇ ਉਹ ਕਿਹਾ ਜਾ ਰਿਹਾ ਵੀ ਮਿਸੀਸਾਗਾ ਦੇ ਇੱਕ ਪੈਟਰੋਲ ਪੰਪ ਤੇ ਆਪਣਾ ਗੱਡੀ 'ਚ ਤੇਲ ਪਾਉਂਦੀ ਹੁੰਦੀ ਤੇ ਉਹਨੂੰ ਗੋਲੀ ਮਾਰਤੀ ਜਾਂਦੀ। ਬਾਅਦ 'ਚ ਮਤਲਬ ਇਹ ਕਿਉਂ ਮਾਰਿਆ ਗਿਆ ਇਹਦੀ ਗੱਲਬਾਤ ਚੱਲ ਰਹੀ ਹੈ, ਪਰ ਜਿਨ੍ਹਾਂ ਦੀ ਹਾਲਾਂਕਿ ਉਹਨਾਂ ਦਾ ਪਰਿਵਾਰ ਦਾ ਕਹਿਣਾ ਵੀ ਇਹ ਬੜੀ ਮੰਦਭਾਗੀ ਘਟਨਾ ਹੈ। ਮੰਦਭਾਗੀ ਤੇ ਆਪੇ ਹੀ ਹੈ, ਬੱਚਾ ਇੱਕ ਜਵਾਨ ਬੱਚੀ ਹੈ ਜਿਹਨੂੰ ਗੋਲੀ ਮਾਰ ਦਿੱਤੀ ਜਾਂਦੀ ਹੈ। ਗੱਲ ਜੋ ਵੀ ਹੋਏ, ਜਿਹੜੇ ਇਹ ਕੰਮ ਕਰਦੇ ਨੇ ਉਹਨਾਂ ਤੇ ਵੀ ਸਖਤ ਜਿਹੜੀ ਉਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ। ਇਹ ਨਹੀਂ ਹੈ ਵੀ ਤੁਸੀਂ ਜਿਹਨੂੰ ਮਰਜ਼ੀ ਮਾਰੋ। ਰੱਬ ਨੇ ਜਿਹੜੀ ਜੀਵਨ ਦਿੱਤਾ ਹੈ ਉਹ ਇਹ ਨਹੀਂ ਹੈ ਵੀ ਕਿਸੇ ਦਾ ਖੋਹ ਲਓ। ਜੇ ਤੁਸੀਂ ਕਿਸੇ ਨੂੰ ਜੀਵਨ ਦੇ ਨਹੀਂ ਸਕਦੇ ਤੇ ਖੋਹਣ ਦਾ ਵੀ ਕੋਈ ਅਧਿਕਾਰ ਨਹੀਂ ਹੈ ਕਿਸੇ ਦਾ। ਇਸ ਤੋਂ ਮਤਲਬ 3 ਦਸੰਬਰ ਨੂੰ ਵੀ 24 ਸਾਲ ਦੇ ਇੱਕ ਸਨਰਾਜ ਸਿੰਘ ਹੈ ਉਹਨੂੰ ਗੋਲੀ ਮਾਰ ਕੇ ਐਡਮਿੰਟਨ 'ਚ ਮਾਰ ਦਿੱਤਾ ਜਾਂਦਾ ਹੈ। 10 ਦਸੰਬਰ ਨੂੰ 40 ਸਾਲ ਦੀ ਹੈ ਹਰਪ੍ਰੀਤ ਕੌਰ, ਉਹਦੀ ਹੱਤਿਆ ਕਰ ਦਿੱਤੀ ਜਾਂਦੀ ਹੈ। ਇਸ ਤੋਂ ਪਹਿਲੇ ਵੀ ਕਈ ਘਟਨਾਵਾਂ ਸਾਹਮਣੇ ਆਈਆਂ। ਮਤਲਬ ਹੁਣ ਇਹ ਚਿੰਤਾ ਦਾ ਵਿਸ਼ੇ ਹੈ ਕਿਉਂਕਿ ਪੰਜਾਬੀ ਉੱਥੇ ਕੀ ਪੰਜਾਬੀ ਹੀ ਪੰਜਾਬੀ ਦੇ ਦੁਸ਼ਮਣ ਹੋ ਗਏ ਨੇ। ਮੈਂ ਇੱਕ ਇੰਟਰਵਿਊ ਕੀਤੀ ਸੀ ਇੱਕ ਬੱਚੇ ਦੀ, 22-24 ਸਾਲ ਦਾ ਉਹ ਲੜਕਾ ਹੈ ਜਿਹੜਾ ਕੈਨੇਡਾ 'ਚੋਂ ਆਇਆ ਸੀ, 20 ਸਾਲ ਹੋ ਗਏ ਉਹਨੂੰ। ਉਹਦਾ ਕਹਿਣਾ ਵੀ ਪੰਜਾਬੀ ਉੱਥੇ ਬਹੁਤ ਮਿਹਨਤ ਕਰਦੇ ਨੇ ਪਰ ਕੁਝ ਲੋਕ ਜਿਹੜੇ ਨੇ ਉਹ ਪੰਜਾਬੀਆਂ ਦਾ ਸ਼ੋਸ਼ਣ ਵੀ ਕਰ ਰਹੇ ਨੇ। ਪੰਜਾਬੀ ਦਾ ਸ਼ੋਸ਼ਣ ਕਰਨ ਲੱਗ ਗਿਆ ਉੱਥੇ ਤੇ ਇਸ ਕਰਕੇ ਇਹ ਬੜੀ ਮੰਦਭਾਗੀ ਘਟਨਾ। ਤੇ ਜਿਹੜੇ ਵੀ ਬੱਚੇ ਉੱਥੇ ਜਾਂਦੇ ਨੇ, ਸਾਡੀ ਵੀ ਉਹਨਾਂ ਨੂੰ, ਉਹਦੇ ਪੇਰੈਂਟਸ ਨੂੰ ਵੀ ਇਹੀ ਬੇਨਤੀ ਹੈ ਵੀ ਬੱਚਿਆਂ ਨੂੰ ਦੀ ਕਾਉਂਸਲਿੰਗ ਜ਼ਰੂਰ ਕਰੋ ਵੀ ਉੱਥੇ ਕਿਸੇ ਲੜਾਈ ਝਗੜੇ 'ਚ ਨਹੀਂ ਪੈਣਾ। ਜੇ ਤੁਹਾਨੂੰ ਕੋਈ ਲਾਲਚ ਦਿੰਦਾ ਹੈ, ਕਿਸੇ ਲਾਲਚ 'ਚ ਨਹੀਂ ਆਉਣਾ। ਜੇ ਤੁਹਾਨੂੰ ਲੱਗਦਾ ਹੈ ਕੋਈ ਤੁਹਾਨੂੰ ਖਰਾਬ ਕਰ ਰਿਹਾ ਹੈ ਤੇ ਤੁਰੰਤ ਉੱਥੇ ਪੁਲਿਸ ਨਾਲ ਗੱਲ ਕਰੋ ਜਾਂ ਜਿੱਥੇ ਤੁਸੀਂ ਪੜ੍ਹ ਰਹੇ ਹੋ ਕਾਲਜ ਦੀ ਐਡਮਿਨਿਸਟ੍ਰੇਸ਼ਨ ਨਾਲ ਗੱਲ ਕਰੋ ਵੀ ਸਾਨੂੰ ਇਸ ਤਰ੍ਹਾਂ ਦੀ ਮੁਸ਼ਕਲਾਂ ਆ ਰਹੀਆਂ। ਆਪਣੇ ਪਰਿਵਾਰ ਨਾਲ ਵੀ ਗੱਲ ਕਰੋ ਵੀ ਕਈ ਵਾਰੀ ਬੱਚੇ ਇਸ ਕਰਕੇ ਨਹੀਂ ਦੱਸਦੇ ਵੀ ਜੇ ਮੈਂ ਦੱਸੂਗਾ ਤੇ ਮੇਰਾ ਪਰਿਵਾਰ ਵਾਲੇ ਮੈਨੂੰ ਵਾਪਸ ਨਾ ਬੁਲਾ ਲੈਣ। ਇਸ ਕਰਕੇ ਪਰ ਜਾਨ ਨਾਲੋਂ ਵੱਡੀ ਚੀਜ਼ ਕੋਈ ਨਹੀਂ। ਇਸ ਕਰਕੇ ਹੈਗਾ ਕਿ ਆਪਣੇ ਪਰਿਵਾਰ ਨਾਲ ਗੱਲਬਾਤ ਜ਼ਰੂਰ ਕਰੋ। ਡਾਕਟਰ ਸਾਹਿਬ, ਸੰਗਤ ਸਿੰਘ ਗਿੱਲ ਜੀ ਵਿਜੀਲੈਂਸ ਨੇ ਇੱਕ ਪਟੀਸ਼ਨ ਦਾਇਰ ਕੀਤੀ ਹੈ ਤੇ ਉਹਨਾਂ ਨੇ ਅਪੀਲ ਵੀ ਕੀਤੀ ਹੈ ਕਿ ਇਹਨਾਂ ਦਾ ਪਾਸਪੋਰਟ ਨੂੰ ਜ਼ਬਤ ਕਰ ਲਿਆ ਜਾਵੇ ਤਾਂ ਕਿ ਇਹ ਕਿਤੇ ਵਿਦੇਸ਼ ਨਾ ਭੱਜ ਜਾਣ। ਇਹ ਕੀ ਹੈ ਸਰ? ਬਿਲਕੁਲ ਠੀਕ ਹੈ। ਤੁਹਾਨੂੰ ਯਾਦ ਹੋਣਾ ਵੀ ਪਿਛਲੇ ਜਦੋਂ ਕਾਂਗਰਸ ਦੀ ਸਰਕਾਰ ਸੀ, ਜੰਗਲਾਤ ਮਹਿਕਮੇ 'ਚ ਘੁਟਾਲਾ ਹੁੰਦਾ ਹੈ ਤੇ ਉਹਦੇ 'ਚ ਵਿਜੀਲੈਂਸ ਵੱਲੋਂ ਮਾਮਲਾ ਦਰਜ ਕੀਤਾ ਜਾਂਦਾ ਹੈ। ਸਾਧੂ ਸਿੰਘ ਧਰਮਸੋਤ ਦਾ ਨਾਮ ਸਾਹਮਣੇ ਆਉਂਦਾ, ਉਹਨਾਂ ਨੂੰ ਤੇ ਜੇਲ੍ਹ ਵੀ ਜਾਣਾ ਪਿਆ ਸੀਗਾ ਲੰਬੇ ਸਮੇਂ ਤੱਕ ਜੀ ਤੇ ਦਰਖਤ ਕਟਾਉਣ ਦਾ ਹੀ 500 ਰੁਪਇਆ ਲੈਂਦੇ। ਸੰਗਤ ਸਿੰਘ ਗਿਲਜੀਆਂ ਦਾ ਵੀ ਨਾਮ ਸਾਹਮਣੇ ਇਸ ਕਰਕੇ ਆਇਆ ਸੀਗਾ ਕਿ ਟਰੀ ਗਾਰਡ ਲਵਾਉਣ ਦੇ ਇਹ ਪੈਸੇ ਲੈਂਦੇ ਨੇ 800 ਰੁਪਇਆ ਹਰ ਇੱਕ ਟਰੀ ਗਾਰਡ ਦਾ। ਮਤਲਬ ਬੂਟਾ ਭਾਵੇਂ 800 ਦਾ ਨਹੀਂ, ਬੂਟਾ ਭਾਵੇਂ 12 15 16 ਰੁਪਈਆ 20 ਰੁਪਈਆ ਦਾ ਤੇ ਉਹਨੂੰ ਉਹਦੀ ਰੱਖਿਆ ਕਰਨ ਵਾਸਤੇ 800 ਟਰੀ ਗਾਰਡ ਤੇ ਖਾਸ ਤਰ੍ਹਾਂ ਦੇ ਠੇਕੇਦਾਰ ਨੂੰ ਹਦਾਇਤ ਦਿੱਤੀ ਜਾਂਦੀ ਸੀਗੀ ਵੀ ਉਹਦੇ ਕੋਲੋਂ ਇਹ ਜਿਹੜਾ ਤੁਸੀਂ ਇਹ ਖਰੀਦਣਾ ਹੈ। ਹੁਣ ਵਿਜੀਲੈਂਸ ਨੂੰ ਇਹ ਜਿਹੜੀ ਹੈ ਸੂਚਨਾ ਸੀਗੀ ਕਿ ਸੰਗਤ ਸਿੰਘ ਗਿਲਜੀਆਂ ਵੀ ਵਿਦੇਸ਼ ਜਾ ਰਹੇ ਨੇ ਤੇ ਉਹਨਾਂ ਨੇ ਆਪਣੀ ਟਿਕਟਾਂ ਵੀ ਬੁੱਕ ਕਰਾ ਲਈਆਂ। ਤੁਹਾਨੂੰ ਦੱਸ ਦਈਏ ਕਿ ਸੰਗਤ ਸਿੰਘ ਗਿਲਜੀਆਂ ਉਹਨਾਂ ਨੇ ਵੀ ਹਾਈ ਕੋਰਟ ਤੋਂ ਰਾਹਤ ਲਈ ਹੋਈ ਹੈ ਕਿ ਮੈਨੂੰ ਜਦੋਂ ਵੀ ਮੈਨੂੰ ਪੁੱਛਗਿੱਛ ਕਰਨੀ ਹੈ ਜਾਂ ਗ੍ਰਿਫਤਾਰ ਕਰਨਾ ਹੈ ਤੇ ਮੈਨੂੰ ਵਿਜੀਲੈਂਸ ਵੱਲੋਂ ਘੱਟੋ ਘੱਟ 1 ਹਫ਼ਤੇ ਦਾ ਨੋਟਿਸ ਦਿੱਤਾ ਜਾਵੇ ਜੀ। ਹੁਣ ਜੇ ਵਿਦੇਸ਼ ਚਲੇ ਗਏ ਤੇ ਫਿਰ ਉੱਥੋਂ ਵਾਪਸ ਨਹੀਂ ਆਉਂਦੇ ਜੀ। ਇਸ ਕਰਕੇ ਵਿਜੀਲੈਂਸ ਨੂੰ ਇਹ ਖਦਸ਼ਾ ਹੈ, ਇਹ ਅੰਦੇਸ਼ਾ ਹੈ ਕਿ ਇਹ ਵਿਦੇਸ਼ ਜਾਣਗੇ ਤੇ ਭੱਜ ਜਾਣਗੇ। ਇਸ ਕਰਕੇ ਇਹਨਾਂ ਦਾ ਉਹਨਾਂ ਨੇ ਇੱਕ ਜਿਹੜੀ ਹੈ ਮੰਗ ਕੀਤੀ ਹੈ ਕੋਰਟ ਕੋਲੋਂ ਕਿ ਇਹਨਾਂ ਦਾ ਪਾਸਪੋਰਟ ਜਿਹੜਾ ਉਹ ਜ਼ਬਤ ਕਰ ਲਿਆ ਜਾਵੇ ਤਾਂ ਕਿ ਇਹ ਵਿਦੇਸ਼ ਨਾ ਭੱਜ ਸਕਣ। ਤਾਂ ਨਾਲ ਹੋਰ ਵੀ ਦੱਸਦੇ ਹਾਂ ਵੀ ਵਿਦੇਸ਼ਾਂ ਜਿਹੜੇ ਪਨਾਹ ਲੈਂਦੇ ਨੇ ਹੋਰ ਵੀ ਬਹੁਤ ਸਾਰੇ ਐਸੇ ਜਿਹੜੇ ਲੋਕ ਨੇ ਉਹਨਾਂ ਦਾ ਪਾਸਪੋਰਟ ਰੱਦ ਕਰਨ ਦੀ ਸਿਫਾਰਿਸ਼ ਕਰਨ ਜਾ ਰਹੀ ਹੈ ਵਿਜੀਲੈਂਸ। ਇੱਕ ਪੰਜ ਸਬ ਦੇ ਇੰਸਪੈਕਟਰ ਸੀ ਗੁਰਿੰਦਰ ਸਿੰਘ, 20 ਕਰੋੜ ਰੁਪਏ ਦੀ ਪਟਿਆਲਾ ਦੇ ਵਿੱਚ ਕਣਕ ਗਬਨ ਹੋ ਜਾਂਦੀ ਹੈ ਤੇ
ਉਹ ਭੱਜ ਜਾਂਦੇ ਨੇ। ਇੱਥੇ ਇੱਕ ਜੰਡਿਆਲੇ ਦੇ ਵਿੱਚ ਵੀ ਕਰੋੜਾਂ ਰੁਪਏ ਦੀ ਕਣਕ ਜਿਹੜੀ ਗਾਇਬ ਹੋ ਗਈ ਸੀ, ਅੰਮ੍ਰਿਤਸਰ ਦੇ ਸੀਗੇ, ਉਹ ਵੀ ਵਿਦੇਸ਼ ਭੱਜ ਗਏ ਹੈ। ਵਿਕੇਸ਼ ਸਿੰਗਲਾ ਉਹ ਵੀ ਵਿਦੇਸ਼ ਨੇ। ਹੁਣ ਇਹ ਜਿਹੜੇ ਉੱਥੇ ਪਨਾਹ ਲੈਂਦੇ ਨੇ, ਕਿਉਂਕਿ ਇਹਨਾਂ ਨੂੰ, ਇਹ ਵਿਜੀਲੈਂਸ ਨੂੰ ਵੀ ਲੱਗਾ, ਇਹਨਾਂ ਲਈ ਬੜਾ ਸੌਖਾ ਕੰਮ ਸੀਗਾ, ਇੱਥੇ ਭ੍ਰਸ਼ਟਾਚਾਰ ਕਰੋ ਤੇ ਵਿਦੇਸ਼ ਭੱਜ ਜਾਓ। ਹੁਣ ਵਿਦੇਸ਼ ਭੱਜਣ ਵਾਲਿਆਂ ਨੂੰ ਦੇ ਜਿਹੜੇ ਹੈ, ਵਿਜੀਲੈਂਸ ਨੇ ਇਹ ਬੜਾ ਚੰਗਾ ਇੱਕ ਉਪਰਾਲਾ ਕੀਤਾ ਵੀ, ਕਿਉਂਕਿ ਜੇ ਪਾਸਪੋਰਟ ਹੀ ਰੱਦ ਹੋ ਜਾਏਗਾ, ਕਾਨੂੰਨੀ ਮਾਨਤਾ ਨਹੀਂ ਰਹੀ, ਫਿਰ ਉੱਥੇ ਜਿਹੜੀ ਪਨਾਹ ਲੈਣੀ ਹੈ ਉਹ ਵੀ ਥੋੜੀ ਔਖੀ ਹੋ ਜਾਂਦੀ ਹੈ। ਇਸ ਕਰਕੇ ਜਿਹੜਾ ਵਿਜੀਲੈਂਸ ਵੱਲੋਂ ਇਹ ਜਿਹੜਾ ਲਿਆ ਗਿਆ, ਇਹ ਕਦਮ ਚੁੱਕਿਆ ਗਿਆ। ਡਾਕਟਰ ਸਾਹਿਬ, ਤਰਨ ਦੇ ਸਰਹਾਲੀ ਦੇ ਥਾਣੇ ਵਿੱਚ RPG ਅਟੈਕ ਹੁੰਦਾ ਤੇ ਹੁਣ ਸੁਣਨ ਚ ਆ ਰਿਹਾ ਕਿ 4 ਦੋਸ਼ੀਆਂ ਨੂੰ ਕਾਬੂ ਵੀ ਕਰ ਲਿਆ ਗਿਆ। हाँ देखो, 4 दोषी ਕਿਹਾ ਜਾ ਰਿਹਾ ਕਿ ਕੁੱਲ 6 ਲੋਕ ਸੀ। ਹਾਲਾਂਕਿ ਪੁਲਿਸ ਕੁਝ ਵੀ ਦਿੱਤੇ ਨਾ, ਇਹ ਖੁੱਲ ਕੇ ਇਸ ਕਰਕੇ ਕਈ ਚੀਜ਼ਾਂ ਸੀਕ੍ਰੇਟ ਹੁੰਦੀਆਂ। ਅਸੀਂ ਵੀ ਨਹੀਂ ਚਾਹੁੰਦੇ ਵੀ ਪੁਲਿਸ ਨੂੰ ਬਹੁਤ ਜਿਹੜੀਆਂ ਗੱਲਾਂ ਪੁੱਛੀਆਂ ਜਾਣ, ਕਿਉਂਕਿ ਕਈ ਵਾਰੀ ਐਸੀ ਚੀਜ਼ਾਂ ਬਾਹਰ ਨਿਕਲ ਆਉਂਦੀਆਂ ਇਨਕੁਆਇਰੀ ਦੇ ਵਿੱਚੋਂ, ਜਦੋਂ ਮੀਡੀਆ 'ਚੋਂ ਰਿਪੋਰਟਸ ਆਉਂਦੀਆਂ ਤੇ ਫਿਰ ਉਹ ਨਾ ਜਿਹੜੇ ਮਾੜੇ ਅਨਸਰ ਹੈ ਨਾ, ਉਹਨਾਂ ਨੂੰ ਪਤਾ ਲੱਗ ਜਾਂਦਾ ਵੀ ਪੁਲਿਸ ਹੁਣ ਕਿਸ ਟਰੈਕ ਤੇ ਕੰਮ ਕਰ ਰਹੀ ਹੈ। ਪਰ ਇਹ ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਜਿਹੜਾ ਅੱਤਵਾਦੀ ਲਖਬੀਰ ਸਿੰਘ ਲੰਡਾ ਕਿਹਾ ਜਾ ਰਿਹਾ ਵੀ ਉਹਦੇ ਜਿਹੜੇ ਗੁਰਗੇ ਹੈ, ਜਿਹੜੇ ਕਿ ਬੰਦ ਨੇ ਗੋਇੰਦਵਾਲ ਜੇਲ੍ਹ ਦੇ ਵਿੱਚ, ਇਹਦੇ 'ਚ ਉਹਨਾਂ ਦਾ ਹੱਥ ਹੈ। ਜਿਨ੍ਹਾਂ 'ਚੋਂ 3 ਨਾਮੀ ਜਿਹੜੇ ਗੈਂਗਸਟਰ ਨੇ, ਉਹਨਾਂ ਨੂੰ ਪੁਲਿਸ ਵੱਲੋਂ ਪ੍ਰੋਟੈਕਸ਼ਨ ਵਾਰੰਟ ਤੇ ਲਿਆਂਦਾ ਗਿਆ, ਪਰ ਹਜੇ ਤੱਕ ਪੁਲਿਸ ਵੱਲੋਂ ਖੁਲਾਸਾ ਨਹੀਂ ਕੀਤਾ ਗਿਆ। ਇਹ ਵੀ ਦੇਖੋ ਹਾਸੋ ਵਾਲੀ ਸਥਿਤੀ ਹੈ ਵੀ ਪੰਜਾਬ ਬਲ ਰਿਹਾ ਹੈ ਲਗਾਤਾਰ ਇਸ ਤਰ੍ਹਾਂ ਦੇ। ਇਹ ਕਿਹਾ ਜਾ ਰਿਹਾ ਵੀ ਇੱਕ ਹਮਲਾ ਹੈ ਵੀ 3 ਗ੍ਰਨੇਡ ਆਏ ਆ ਸੀਮਾ ਪਾਰ ਤੋਂ, 2 ਹਜੇ ਵੀ ਜਿਹੜੇ ਰਾਕਟ ਲਾਂਚਰ ਹੈ ਉਹ ਲੱਭੇ ਨਹੀਂ ਹੈ। ਪੁਲਿਸ ਉਹਨਾਂ ਨੂੰ ਲੱਭਣ ਦੀ ਕੋਸ਼ਿਸ਼ ਕਰ ਰਹੀ ਹੈ। ਕੱਲ IG ਨੇ ਸੁਖਚੈਨ ਸਿੰਘ ਗਿੱਲ ਹੈਡਕੁਆਟਰ, ਡਾਕਟਰ ਇੱਥੇ ਕਮਿਸ਼ਨਰ ਵੀ ਰਹਿ ਚੁੱਕੇ ਨੇ, ਪੁਲਿਸ ਕਮਿਸ਼ਨਰ, ਉਹਨਾਂ ਨੇ ਪ੍ਰੈਸ ਕਾਨਫਰੰਸ 'ਚ ਸੰਕੇਤ ਤਾਂ ਦਿੱਤੇ ਨੇ ਵੀ ਪੁਲਿਸ ਵੱਲੋਂ ਇਹ ਮਾਮਲਾ ਖਾਸਾ ਹੱਲ ਕਰ ਲਿਆ ਗਿਆ, ਪੁਲਿਸ ਨੇੜੇ ਹੈ ਇਹਨੂੰ ਹੱਲ ਕਰਨ ਦੇ। ਤੇ ਪਰ ਇਹ ਵੀ ਬੜੀ ਵੱਡੀ ਗੱਲ ਚੁਣੌਤੀ ਹੈ ਪੁਲਿਸ ਲਈ ਵੀ ਇੱਕ ਦਿਨ ਦੇ ਵਿੱਚ ਗੋਇੰਦਵਾਲ ਜੇਲ੍ਹ ਚੋਂ 15 ਮੋਬਾਈਲ ਫੜੇ ਗਏ ਨੇ। ਉਹ ਮੋਬਾਈਲ ਜਾਂਦੇ ਕਿਸ ਤਰ੍ਹਾਂ ਅੰਦਰ? ਇੱਕ ਦਿਨ ਪਹਿਲੇ ਅਸੀਂ ਪ੍ਰੋਗਰਾਮ ਕੀਤਾ ਸੀ, ਤੁਹਾਨੂੰ ਯਾਦ ਹੋਣਾ ਵੀ ਇੱਕ ਲੁਧਿਆਣੇ ਦੇ ਵਿੱਚ ਇੱਕ ਕੈਦੀ ਜ਼ਮਾਨਤ ਤੇ ਆਉਂਦਾ, ਉਹ ਦੱਸਦਾ ਵੀ ਕਿੰਨੇ ਪੈਸੇ ਦਿਓ ਤੇ ਕਿੰਨੇ ਦਾ ਮੋਬਾਈਲ ਮਿਲਦਾ, ਇੰਨੇ ਪੈਸੇ ਦਿਓ ਇੰਨੇ ਦਾ ਨਸ਼ਾ ਮਿਲਦਾ, ਇੰਨੇ ਪੈਸੇ ਦਿਓ ਇਹ ਸੁਵਿਧਾ ਮਿਲਦੀ ਹੈ। ਇਸ ਕਰਕੇ ਪੁਲਿਸ ਨੂੰ ਉਹਨਾਂ ਕਾਲੀਆਂ ਭੇਡਾਂ ਦੀ ਪਛਾਣ ਜਿਹੜੀ ਕਰਨੀ ਉਹ ਬੜੀ ਇੰਪੋਰਟੈਂਟ ਹੈ ਕਿ ਜਿਹੜੇ ਬੰਦੇ ਵਾਕਈ ਜਿਹੜੇ ਨੇ ਗੈਂਗਸਟਰਾਂ ਦੀ ਮਦਦ ਕਰਦੇ ਨੇ ਚੰਦ ਪੈਸਿਆਂ ਵਾਸਤੇ। ਕਿਉਂਕਿ ਜਿਵੇਂ ਸਾਹਮਣੇ ਹੀ ਤੁਹਾਡੇ ਹੈ ਕਿ ਇੱਕ ਪਹਿਲੇ ਵੀ ਜਿਹੜਾ ਦੀਪਕ ਟੀਨੂ ਸੀਗਾ ਉਹਨੂੰ ਭਜਾਉਂਦਾ ਹੈ, ਕਿ SI ਭਜਾਉਂਦਾ ਹੈ ਉਹਨੂੰ, ਪ੍ਰਿਤਪਾਲ ਸਿੰਘ ਆਪਣੇ ਘਰ ਉਹਨੂੰ ਉਹਦੀ ਮੌਜ ਮਸਤੀ ਦਾ ਪੂਰਾ ਇੰਤਜ਼ਾਮ ਕਰਦਾ ਹੈ। ਤੇ ਇਸ ਤਰ੍ਹਾਂ ਹੀ ਵੀ ਜੇਲ੍ਹਾਂ ਦੇ ਵਿੱਚ ਜਿਹੜੇ ਮੋਬਾਈਲ ਫੜੇ ਜਾ ਰਹੇ ਨੇ ਉਹ ਕਿਤੇ ਨਾ ਕਿਤੇ ਕੋਈ ਆਪੇ ਤੇ ਪਹੁੰਚ ਨਹੀਂ ਜਾਂਦੇ, ਜਾਂ ਉੱਥੇ ਕੋਈ ਬੂਟਾ ਤੇ ਲੱਗਾ ਨਹੀਂ ਵੀ ਬੂਟੇ ਨੂੰ ਮੋਬਾਈਲ ਲੱਗਦੇ ਆ ਵੀ ਰਾਤੀ ਲਾਇਆ ਤੇ ਸਵੇਰੇ ਤੋੜ ਲਿਆ, ਕੋਈ ਤੇ ਲੈ ਕੇ ਜਾਂਦਾ ਨਾ ਅੰਦਰ ਉਹ। ਤੇ ਇੰਨੀ ਤੇ ਲੈ ਕੇ ਵੀ ਉਹ ਜਾਂਦਾ ਹੈ ਵੀ ਜਿਹਨੂੰ ਪੈਸੇ ਮਿਲਦੇ ਤੇ ਬਦਲੇ ਆਪਣੀ ਜਾਨ ਜੋਖਮ 'ਚ ਕੌਣ ਪਾਊਗਾ? ਵੱਡੇ ਮੋਟੇ ਪੈਸੇ ਲੈਂਦੇ ਆ ਤੇ ਬਹੁਤ ਰਲੇ ਹੈ। ਇਹ ਸਾਰਾ ਇੱਕ ਚੇਨ ਹੈ, ਜਿਹੜੀ ਚੇਨ ਨੂੰ ਤੋੜਨਾ ਪੁਲਿਸ ਲਈ ਕੋਈ ਇੱਕ ਚੁਣੌਤੀ ਤੋਂ ਘੱਟ ਨਹੀਂ ਹੈ। ਬਿਕਰਮ ਸਿੰਘ ਮਜੀਠੀਆ ਅੱਜ ਅਦਾਲਤ ਵਿੱਚ ਪੇਸ਼ ਹੋਏ ਨੇ। ਜਿਹੜੇ ਆਪ ਦੇ ਸਾਂਸਦ ਨੇ ਸੰਜੇ ਸਿੰਘ, ਉਹਨਾਂ ਤੇ ਇਹਨਾਂ ਵੱਲੋਂ ਮਾਨਹਾਨੀ ਦਾ ਮੁਕੱਦਮਾ ਦਾਇਰ ਕੀਤਾ ਗਿਆ, ਪਰ ਇਹ ਤਾਂ ਪੇਸ਼ ਹੋਏ ਪਰ ਉਹ ਪੇਸ਼ ਨਹੀਂ ਹੋਏ। ਇਸ ਨੂੰ ਲੈ ਕੇ ਮਜੀਠੀਆ ਨੇ ਉਹਨਾਂ ਤੇ ਕਾਫੀ ਵੱਡਾ ਬਿਆਨ ਦਿੱਤਾ ਹੈ। ਨਹੀਂ ਦੇਖੋ, ਇਹ ਸੰਜੇ ਸਿੰਘ ਦੇ ਉੱਪਰ ਜਿਹੜਾ ਮਾਨਹਾਨੀ ਦਾ ਜਿਹੜਾ ਮੁਕੱਦਮਾ ਦਾਇਰ ਕੀਤਾ ਬਿਕਰਮ ਸਿੰਘ ਮਜੀਠੀਆ ਵੱਲੋਂ, ਕਿਉਂਕਿ ਸੰਜੇ ਸਿੰਘ ਨੇ ਉਦੋਂ ਆਰੋਪ ਲਗਾਏ ਸੀ ਕਿ ਬਿਕਰਮ ਮਜੀਠੀਆ ਨੂੰ ਡਰੱਗ ਜਿਹੜਾ ਰੈਕਟ ਦੇ ਨਾਲ ਜੋੜਿਆ ਸੀ। ਤੇ ਉਦੋਂ ਅਰਵਿੰਦ ਕੇਜਰੀਵਾਲ ਨੇ ਵੀ ਕਿਹਾ, ਅੱਜ ਬਿਕਰਮ ਸਿੰਘ ਮਜੀਠੀਆ ਜਦੋਂ ਅਦਾਲਤ 'ਚ ਬਾਹਰ ਆਉਂਦੇ ਆ ਤੇ ਉਹਨਾਂ ਨੇ ਕਿਹਾ ਵੀ ਸੰਜੇ ਸਿੰਘ ਜਿਹੜੇ ਕਿ ਆਮ ਆਦਮੀ ਪਾਰਟੀ ਦੇ ਸਾਂਸਦ ਨੇ, ਉਹਨਾਂ ਦੇ ਜਿਹੜੇ ਆਕਾ ਨੇ, ਜਿਹੜੇ ਉਹਨਾਂ ਦੇ ਕਰਤਾ ਧਰਤਾ ਨੇ, ਉਹਨਾਂ ਦੀ ਮੁਰਾਦ ਅਰਵਿੰਦ ਕੇਜਰੀਵਾਲ ਤੋਂ ਸੀ, ਵੀ ਉਹਨਾਂ ਨੇ ਤੇ ਮੇਰੇ ਕੋਲੋਂ ਮਾਫੀ ਮੰਗ ਲਈ ਤੇ ਇਹ ਵੀ ਹੁਣ ਕਿਉਂ ਖੇਡਾਂ ਖੇਡਣ ਦੇ ਨੇ? ਇੱਕ ਵਾਰੀ ਇੱਥੇ ਆ ਹੀ ਜਾਣ, ਜਿਹੜਾ ਮਾਮਲੇ ਦਾ ਨਿਪਟਾਰਾ ਕਰ ਲਿੱਤਾ ਜਾਵੇ। ਮਤਲਬ ਕਿਉਂਕਿ ਉਹਨਾਂ ਦਾ ਕਹਿਣਾ ਵੀ ਇਹਦੇ 'ਚ ਹੈ ਤਾਂ ਕੁਝ ਨਹੀਂ ਆ, ਇਹ ਵਾਰ-ਵਾਰ ਗੈਰ ਹਾਜ਼ਰ ਹੁੰਦੇ ਨੇ ਅਦਾਲਤ ਦੇ ਵਿੱਚੋਂ, ਇਸ ਕਰਕੇ ਵੀ ਬਹਾਨੇ ਨਾ ਬਣਾਉਣ ਤੇ ਇਸ ਕੇਸ 'ਚ ਕਿਉਂਕਿ ਹੁਣ ਹੈਗਾ ਕੁਝ ਨਹੀਂ ਆ ਤੇ ਆ ਕੇ ਇੱਥੇ ਸਾਹਮਣੇ ਪੇਸ਼ ਹੋਣ ਤੇ ਜੋ ਜਿਹੜੇ ਆਰੋਪ ਲਾਏ ਉਹਨਾਂ ਨੂੰ ਸਾਬਤ ਕਰਨ। ਤੇ ਨਾਲ ਦੀ ਨਾਲ ਉਹਨਾਂ ਨੇ ਸਰਕਾਰ ਦੇ ਉੱਤੇ ਗੋਲਡੀ ਬਰਾੜ ਨੂੰ ਲੈ ਕੇ ਵੀ ਖਾਸਾ ਜਿਹੜਾ ਤੰਜ ਕੱਸਿਆ। ਉਹਨਾਂ ਨੇ ਕਿਹਾ ਵੀ ਭਗਵੰਤ ਮਾਨ ਸਾਹਿਬ ਤੇ ਕਹਿੰਦੇ ਸੀ ਮੁੱਖ ਮੰਤਰੀ ਸਾਹਿਬ ਉੱਥੇ ਅਹਿਮਦਾਬਾਦ 'ਚ ਜਾ ਕੇ ਅਸੀਂ ਗੋਲਡੀ ਬਰਾੜ ਡਿਟੇਨ ਕਰ ਲਿਆ, ਤੇ DGP ਸਾਹਿਬ ਕਹਿੰਦੇ ਮੈਂ ਤੇ ਕੁਝ ਕਹਿਣਾ ਨਹੀਂ ਹੈ। ਤੇ ਹੁਣ ਇਹਨਾਂ ਨੇ ਖਾਦੀ ਪੀਤੀ 'ਚ ਗੱਲ ਕਿਹਦੇ ਨਾਲ ਕਰ ਲਈ? ਜੋ ਬਡੇਨ ਨਾਲ ਕਰ ਲਈ ਜਾਂ ਕਮਲਾ ਹੈਰਿਸ ਨਾਲ ਕਰ ਲਈ? ਇਹ ਤੇ ਭਗਵੰਤ ਮਾਨ ਹੋਣੀ ਦੱਸ ਸਕਦੇ ਨੇ। ਤੇ ਲਾ ਐਂਡ ਆਰਡਰ ਨੂੰ ਦੀ ਸਥਿਤੀ ਨੂੰ ਲੈ ਕੇ ਵੀ ਉਹਨਾਂ ਨੇ ਵੀ ਕਿਹਾ ਵੀ ਜਿਹੜੀ ਆ ਹਾਲਾਤ, ਜਿਹੜੀ ਰੋਜ਼ ਜਿਹੜੀਆਂ ਫਰੌਤੀਆਂ ਮੰਗੀਆਂ ਜਾ ਰਹੀਆਂ, ਰੋਜ਼ ਹੱਤਿਆਵਾਂ ਹੋ ਰਹੀਆਂ,
ਇਹ ਵੀ ਠੀਕ ਨਹੀਂ ਹੈ। ਬਿਲਕੁਲ ਮਿਲਾ ਕੇ ਹੈਗਾ ਕਿ ਪੰਜਾਬ ਦੇ ਲੋਕ ਜਿਹੜੇ ਹੈ ਉਹ ਇਹ ਅਮਨ ਅਮਾਨ ਚਾਹੁੰਦੇ ਆ ਤੇ ਅਮਨ ਅਮਾਨ ਜਿਹੜਾ ਹੈ ਉਹ ਸਰਕਾਰ ਨੂੰ ਕਿਸੇ ਵੀ ਸੂਰਤ ਦੇ ਵਿੱਚ ਜਿਹੜਾ ਹੈ ਉਹ ਉਹਨੂੰ ਬਹਾਲ ਕਰਨਾ ਚਾਹੀਦਾ। ਵੈਸੇ ਤਾਂ ਸਰਕਾਰ ਕੁਝ ਚੰਗਾ ਕੰਮ ਕਰ ਰਹੀ, ਜਿਵੇਂ ਕੱਲ ਇਹਨਾਂ ਨੇ ਆਖਿਆ ਵੀ ਅਸੀਂ ਹਰ ਸਾਲ 1800 ਕਾਂਸਟੇਬਲ ਭਰਤੀ ਕਰਾਂਗੇ, 700 ਪਟਵਾਰੀ ਭਰਤੀ ਕਰਾਂਗੇ, 300 ਸਬ ਇੰਸਪੈਕਟਰ ਭਰਤੀ ਕਰਾਂਗੇ। ਮਤਲਬ ਹਰ ਸਾਲ ਜੇ 1800 ਕਾਂਸਟੇਬਲ ਦੇ ਭਰਤੀ ਹੁੰਦੇ ਤਾਂ ਮਤਲਬ ਹੈ ਵੀ 1800 ਪਰਿਵਾਰਾਂ ਨੂੰ ਨੌਕਰੀ ਮਿਲੀ ਜੀ। 1800 ਪਰਿਵਾਰ ਪਲ ਗਏ, 1800 ਪਰਿਵਾਰਾਂ ਨੂੰ ਆਸਰਾ ਮਿਲ ਗਿਆ ਜੀ। ਕੰਮ ਤਾਂ ਮਾਨ ਸਰਕਾਰ ਚੰਗਾ ਕਰ ਰਹੀ ਹੈ, ਪਰ ਚਲੋ ਜਿਹੜੇ ਵਿਰੋਧੀ ਵੀ ਸਵਾਲ ਚੁੱਕ ਰਹੇ ਨੇ ਉਹਨਾਂ ਸਵਾਲਾਂ ਦੇ ਜਵਾਬ ਵੀ ਸਰਕਾਰ ਨੂੰ ਦੇਣੇ ਚਾਹੀਦੇ ਨੇ। ਇਹ ਸਨ ਅੱਜ ਦੀਆਂ ਵੱਡੀਆਂ ਖਬਰਾਂ ਤੇ ਤੁਹਾਡੇ ਨਾਲ ਇਸੇ ਤਰ੍ਹਾਂ ਦਾ ਪ੍ਰੋਗਰਾਮ ਲੈ ਕੇ ਇੱਕ ਵਾਰੀ ਫਿਰ ਤੋਂ ਹਾਜ਼ਰ ਹੋਵਾਂਗੇ। ਤਦ ਤੱਕ ਲਈ ਸਾਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ।